सियासी पार्टियां दे मैनूं लगदा भी 70 साल किते थोड़ा नहीं 70 साल दे विच सानूं सियासी लोग लै कित्थे आए लै तां सानूं अज खुदकशियां कर रहे हैं ਅਸੀਂ अज प्रधान मंत्री अडानी बानी मूहरे गोडे टेकी बैठा है इदू तो कोई ज़्यादा कोई MP नहीं बना सकता। जिहे जिहा सीजन है जिहे जी सरकार बैठी है चुप की सरकार इस करके चुप की बैठी है भी जी मूहरे हाड़ी का सीजन आ रहा है किसानों की गिनती घट जूगी ट्रैक्ट वापस हो जाएंगे। ये हुण साडा जिहड़ा सारे किसानों नूं असीं सੱਦਾ देवांगे बई अगे जे इहो जिहियां हालातां दे विचों असीं झोना वढिया कणक बीजी है नरमा चुगिया आह सीजन बहुत छोटा है कणक कपैण ने वढणी है तूड़ी रीपरां ने बनाउणी है ਤਾਂ ਸਿਰਫ ਤੂੜੀ ਅੰਦਰ ਮਜ਼ਦੂਰਾਂ ਨੇ ਪਾਉਣੀ ਹੈ। ਸਾਡੇ ਕਿਸਾਨਾਂ ਨੂੰ ਐਵੇਂ ਬਹਾਨਾ ਬਣਾ ਕੇ ਇੱਥੇ ਬੈਠਣ ਦੀ ਲੋੜ ਨਹੀਂ। ਅੱਜ ਮੋਰਚਾ ਦਿੱਲੀ ਦੇ ਵਿੱਚ ਲਾਉਣ ਦੀ ਲੋੜ ਹੈ। ਇਕੱਲੇ ਭਾਰਤ ਦੇ ਕਿਸਾਨ ਨੂੰ ਮਜਬੂਰ ਨਹੀਂ ਕੀਤਾ ਜਿੰਨੇ ਸਾਡੇ ਪਰਿਵਾਰ ਨੌਜਵਾਨ ਬਾਹਰ ਕੰਮਾਂ ਤੇ ਦੂਜੇ ਦੇਸ਼ਾਂ ਦੇ ਵਿੱਚ ਗਏ ਨੇ ਉਹਨਾਂ ਨੇ ਉਹ ਸਰਕਾਰਾਂ ਵੀ ਮਜਬੂਰ ਕਰ ਲੀਆਂ ਇਸ ਘੋਲ ਤੇ ਬੋਲਣ ਲਈ। 26 ਤੋਂ ਬਾਅਦ ਸਾਡਾ ਜਿੰਨਾ ਸਾਡੇ ਤੇ ਸਰਕਾਰ ਨੇ ਹਮਲੇ ਬੋਲੇ ਉਸ ਹਮਲੇ ਨੂੰ ਅਸੀਂ ਜਿਹੜੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਜਿਹੜੀ ਸਾਡੀ ਅੰਦਰਲੀ ਸੋਚ ਸੀ ਵੀ ਇੱਕ ਭਾਰਤ ਦੇ ਕਿਸਾਨਾਂ ਦਾ ਇਹ ਜਿਹੜਾ ਘੋਲ ਹੈ ਬਣੇ ਤਾਂ ਉਹ ਸਰਕਾਰ ਨੇ 26 ਤਰੀਕ ਨਾਲ ਸਾਡੇ ਸੰਘਰਸ਼ ਨੂੰ ਇੱਕ ਇਹੋ ਜਿਹਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਆਪ ਹਮਾਰੇ ਹੈ ਜੀ ਕਿਸੇ ਨੂੰ ਮਓਵਾਦੀ ਕਿਹਾ ਗਿਆ ਕਿਸੇ ਨੂੰ ਖਾਲਿਸਤਾਨੀ ਕਿਹਾ ਕਿਸੇ ਨੂੰ ਅੱਤਵਾਦੀ ਕਿਹਾ ਗਿਆ ਪਰ ਸਾਡੇ ਆਗੂ ਇਹੀ ਅਪੀਲਾਂ ਕਰਦੇ ਰਹੇ ਆ ਵੀ ਸਾਡੀ ਲੜਾਈ ਕੇਂਦਰ ਨਾਲ ਹੈ ਸਾਡੀ ਲੜਾਈ ਕਾਨੂੰਨ ਰੱਦ ਕਰਾਉਣ ਦੀ ਹੈ। ਕਿਸਾਨ ਆਗੂ ਵੀ ਇੰਨੀ ਲੜਾਈ ਲੰਮੀ ਲੜਨਾ ਨਹੀਂ ਚਾਹੁੰਦੇ ਸੀ ਸਿਰਫ ਲੋਕਾਂ 'ਚ ਰਹਿੰਦੇ ਸੀ ਵੀ ਮੇਰੀ ਕਿਸਾਨ ਜਥੇਬੰਦੀ ਹੈ ਜੀ ਮੈਂ ਆਗੂ ਹੈ। ਇਸ ਘੋਲ ਨੇ ਬੜਾ ਕੁਛ ਨਿਖੇੜ ਕੇ ਸਾਹਮਣੇ ਲਿਆਂਦਾ। ਹੁਣ ਤੱਕ ਜਿੰਨੀਆਂ 11 ਗੇੜਾਂ ਦੀ ਮੀਟਿੰਗ ਹੋ ਚੁੱਕੀ ਸੀ ਉਹ ਮੀਟਿੰਗਾਂ ਬੇਸਿੱਟਾ ਰਹੀਆਂ ਨੇ ਜਿਹਦੇ ਵਿੱਚੋਂ ਨਤੀਜਾ ਨਹੀਂ ਨਿਕਲ ਕੇ ਆਇਆ। ਕਿਸਾਨ ਉੱਥੇ ਹੀ ਅੜੇ ਹੋਏ ਨੇ ਕਿ ਜੋ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਸਰਕਾਰ ਦੀ ਵੀ ਅਡਵਾਈ ਹੈ ਸਰਕਾਰ ਕਹਿੰਦੀ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ ਬਾਰ-ਬਾਰ ਉਹਨਾਂ ਦੇ ਬਿਆਨ ਆਉਂਦੇ ਨੇ। ਗੱਲਾਂ ਇਹ ਨਿਕਲ ਕੇ ਆਉਂਦੀਆਂ ਕਿ 2006 ਦੇ ਵਿੱਚ ਜਦੋਂ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਬਿਹਾਰ ਦੀ ਹਾਲਤ ਪੈਰਾਂ ਸਿਰ ਨਹੀਂ ਹੋ ਸਕੀ ਹੈ। ਜੇਕਰ ਇਹ ਕਾਨੂੰਨ ਫਿਰ ਤੋਂ ਲਾਗੂ ਹੋ ਜਾਣਗੇ ਤਾਂ ਪੰਜਾਬ ਨਾਲ ਵੀ ਇੱਕ ਅਨੋਖੀ ਘਟਨਾ ਵਾਪਰੂਗੀ। ਪੰਜਾਬ ਜੋ ਖੇਤੀ 'ਤੇ ਨਿਰਭਰ ਕਰਦਾ ਪੰਜਾਬ ਬਰਬਾਦ ਹੋ ਜਾਊਗਾ। ਅਸੀਂ ਵੀ ਲਗਾਤਾਰ ਤੁਹਾਨੂੰ ਆਪਣੇ ਚੈਨਲ ਜ਼ਰੀਏ ਕਵਰੇਜ ਦਿਖਾ ਰਹੇ ਹਾਂ। ਸਿੰਘੂ ਬਾਰਡਰ ਦਿੱਲੀ ਬਾਰਡਰ ਟਿੱਕਰੀ ਬਾਰਡਰ ਤੁਸੀਂ ਕਵਰੇਜ ਦੇਖ ਰਹੇ ਹੋ ਅਤੇ ਅੱਜ ਅਸੀਂ ਪੰਜਾਬ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕਾਈ ਹੈ ਅਤੇ ਸਾਡੇ ਨਾਲ ਇੱਕ ਵੱਡੇ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਦਿੱਲੀ ਅੰਦੋਲਨ ਤੋਂ ਆਏ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਬਾਰੇ ਜਾਣਾਂਗੇ। ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਜਾਣਕਾਰੀ ਦਿਓ ਜਥੇਬੰਦੀ ਬਾਰੇ ਜਾਣਕਾਰੀ ਦਿਓ। ਮੈਂ ਕਾਕਾ ਸਿੰਘ ਕੋਟੜਾ ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਜਿਹੜਾ ਕਿਸਾਨ ਅੰਦੋਲਨ ਹੈ ਲਗਾਤਾਰ ਜਦੋਂ ਅਸੀਂ ਇਹਦਾ ਪੰਜਾਬ ਦੇ ਵਿੱਚ ਮੁੱਢ ਬੰਨ੍ਹਿਆ ਸੀ ਜਦੋਂ ਸ਼ੁਰੂ ਤੋਂ ਅਸੀਂ ਇਹ ਕਿਸਾਨਾਂ ਨੂੰ ਕਹਿ ਰਹੇ ਸੀ ਵੀ ਲੰਮੀ ਲੜਾਈ ਹੈ ਲੰਮੀ ਲੜਾਈ ਦੀ ਤਿਆਰੀ ਕਰੋ ਬੜਾ ਸਮਾਂ ਲੱਗਣਾ ਹੈ ਤਾਂ ਉਦੋਂ ਕੁਝ ਸਵਾਲ ਸੀ ਸਾਡੇ ਤੇ ਬਈ ਸੰਘਰਸ਼ ਜਿਹੜੇ ਆਪਾਂ ਲੜਦੇ ਹਾਂ ਜਦੋਂ ਧਰਨੇ ਮੁਜ਼ਾਹਰੇ ਕਰਦੇ ਹਾਂ ਇਹੋ ਜਿਹੀ ਮੰਗ ਕਿਹੜੀ ਹੈ ਜਿਹੜੀ ਤੇ ਲੰਮੀ ਲੜਾਈ ਤੇ ਸਾਨੂੰ ਬੈਠਣਾ ਪੈਣਾ। ਜਦੋਂ ਪਹਿਲੇ ਮੁੱਢ ਅਸੀਂ ਪੰਜਾਬ ਦੇ ਵਿੱਚ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਤਾਂ ਉਸ ਸੱਦੇ ਨੇ ਸਾਰੇ ਦੁਕਾਨਦਾਰ ਪਹਿਲੀ ਵਾਰ ਇੱਕ ਮਿਸਾਲ ਮਿਲੀ ਆ ਉਸ ਬੰਦ ਦੇ ਤੇ ਜਿਹੜੇ ਦੁਕਾਨਦਾਰ ਆਪਦੀਆਂ ਦੁਕਾਨਾਂ ਬੰਦ ਕਰਕੇ ਹਮੇਸ਼ਾ ਜਦੋਂ ਪੰਜਾਬ ਬੰਦ ਦਿੰਦਾ ਜਿਵੇਂ ਕੱਲ੍ਹ ਵੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਬੰਦ ਤਾਂ ਬਹੁਤ ਵਾਰੀ ਹੋਏ ਨੇ ਪਰ ਇੱਕ ਉਹ ਇਤਿਹਾਸ ਦੇ ਵਿੱਚ ਹੈ 25 ਤਰੀਕ ਜਦੋਂ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਆੜ੍ਹਤੀਆਂ ਨੇ ਆਪਦੇ ਕਾਰੋਬਾਰ ਬੰਦ ਕਰਕੇ ਸੜਕਾਂ 'ਤੇ ਆਏ। ਸੜਕਾਂ 'ਤੇ ਆ ਕੇ ਹਜ਼ਾਰਾਂ ਲੋਕਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਤਕੜੇ ਹੋ ਇਹ ਲੜਾਈ ਦਿੱਲੀ ਤੱਕ ਲੈ ਕੇ ਜਾਓ ਅਸੀਂ ਤੁਹਾਡੇ ਨਾਲ ਹਾਂ। ਤਾਂ ਉਸ 25 ਤਰੀਕ ਤੋਂ ਬਾਅਦ ਸਾਡੀਆਂ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਣਾ ਸੀ। ਪਹਿਲਾਂ ਤਾਂ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਲੜਾਈ ਲੜ ਰਹੀਆਂ ਸੀ ਉਹਨਾਂ ਨੂੰ ਇਕੱਠੀਆਂ ਕਰਕੇ ਫਿਰ ਅਸੀਂ ਇੱਕ ਰਾਹ ਬਣਾ ਕੇ 1 ਤਰੀਕ ਤੋਂ ਜਿਹੜਾ ਫਿਰ ਰੇਲਾਂ ਦਾ ਚੱਕਾ ਜਾਮ ਕੀਤਾ ਪੰਜਾਬ ਦੇ ਵਿੱਚ ਤਾਂ ਤਕਰੀਬਨ 2 ਮਹੀਨੇ ਹੋ ਗਏ। ਉਦੋਂ ਵੀ ਇਹ ਲੱਗਦਾ ਸੀ ਵੀ ਇੰਨਾ ਚਿਰ ਰੇਲਾਂ ਜਾਮ ਰਹਿਣਗੀਆਂ ਤਾਂ ਅਸੀਂ ਉਦੋਂ ਵੀ ਇਹੀ ਗੱਲ ਕਹਿੰਦੇ ਰਹੇ ਹਾਂ ਬਈ ਲੰਮੀ ਲੜਾਈ ਦੀ ਤਿਆਰੀ ਕਰਕੇ ਲੈ ਕੇ ਜਾਵਾਂਗੇ ਦਿੱਲੀ ਦੇ ਵਿੱਚ ਹਰ ਹਾਲਤ ਜਾਵਾਂਗੇ। ਤਾਂ ਇੱਕ ਦਿਨ ਉਹ ਆਇਆ ਕਿ ਅਸੀਂ ਦਿੱਲੀ ਦੇ ਵਿੱਚ ਜਾਣ ਲਈ ਜਦੋਂ 26 ਤਰੀਕ ਤੈਅ ਕਰੀ ਗਈ 26 ਤੇ 27 ਤਾਂ ਇੱਕ ਇਹ ਗੱਲ ਜ਼ਰੂਰ ਹੈ ਜਿਹੜੇ ਕਿਸਾਨ ਆਗੂ ਵੀ ਇੰਨੀ ਲੜਾਈ ਲੰਮੀ ਲੜਨਾ ਨਹੀਂ ਚਾਹੁੰਦੇ ਸੀ ਸਿਰਫ ਲੋਕਾਂ 'ਚ ਰਹਿੰਦੇ ਸੀ ਵੀ ਮੇਰੀ ਕਿਸਾਨ ਜਥੇਬੰਦੀ ਹੈ ਜੀ ਮੈਂ ਆਗੂ ਹੈ। ਇਸ ਘੋਲ ਨੇ ਬੜਾ ਕੁਛ ਨਿਖੇੜ ਕੇ ਸਾਹਮਣੇ ਲਿਆਂਦਾ।
ਉਹ ਨਿਖੇੜਿਆ ਕਿ ਜਿੱਦੇ ਅਸੀਂ 26 ਤਰੀਕ ਦਾ ਐਲਾਨ ਕੀਤਾ ਬਈ ਦਿੱਲੀ ਦੇ ਵਿੱਚ ਜਾਣਾ, ਲਗਾਤਾਰ ਉੱਥੇ ਬੈਠਾਂਗੇ, ਤਾਂ ਕੁਛ ਯੂਪੀ ਦੇ ਵਿੱਚੋਂ ਇੱਕ ਆਗੂ ਸੀਗਾ, ਇੱਕ ਮਹਾਰਾਸ਼ਟਰ ਤੋਂ ਆਗੂ ਸੀਗਾ, ਉਹਨਾਂ ਨੇ ਪਹਿਲੇ ਬਿਆਨ ਦਿੱਤਾ ਵੀ ਦਿੱਲੀ ਦੇ ਵਿੱਚ ਕਰੋਨਾ ਹੈ, ਕਰੋਨਾ ਹੋਣ ਕਰਕੇ ਅਸੀਂ ਦਿੱਲੀ ਦੇ ਵਿੱਚ ਨਹੀਂ ਆਉਣਾ, ਇਹ ਜਿਹੜਾ ਰੋਸ ਹੈ ਪਿੰਡਾਂ ਦੇ ਵਿੱਚ ਮਨਾਵਾਂਗੇ। ਤਾਂ ਸਾਨੂੰ ਫੌਰੀ ਜਿਹੜੀ ਮੀਟਿੰਗ ਕਰਨੀ ਪਈ ਪੰਜਾਬ ਦੀ, ਤੇ ਤਾਲਮੇਲ ਜਿਹੜੀਆਂ ਸਾਡੀਆਂ ਉੱਤੇ ਸਹਿਯੋਗੀ ਕਿਸਾਨ ਜਥੇਬੰਦੀਆਂ ਭਾਰਤ ਦੀਆਂ, ਅਸੀਂ ਕਿਹਾ ਵੀ ਆਹ 2 ਬੰਦਿਆਂ ਦੇ ਬਿਆਨ ਹੈ, ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਤਾਂ ਉਹਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਐਕਸ਼ਨ ਲੈਤਾ, ਉਹ 2 ਜਥੇਬੰਦੀਆਂ ਨੂੰ ਬਾਹਰ ਕੀਤਾ। ਤਾਂ ਤਕਰੀਬਨ ਉਹ ਬੈਠੇ ਰਹੇ, ਆਏ ਤਾਂ ਇੱਕ ਉਸ ਦਿਨ ਤੋਂ ਜਦੋਂ ਸਾਡਾ 26 ਵਾਲਾ ਸਾਰਾ ਅਸੀਂ ਮੋਰਚੇ ਲੈ ਕੇ ਗਏ ਹਾਂ, ਸਾਰੇ ਸਾਡੇ ਨੌਜਵਾਨ, ਸਾਡੇ ਦੁਕਾਨਦਾਰ, ਬਜ਼ੁਰਗ, ਆੜ੍ਹਤੀਆਂ, ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਸੀ। ਕੁਝ ਲੋਕਾਂ ਨੂੰ ਲੱਗਦਾ ਸੀ ਵੀ ਹਰਿਆਣਾ ਸਰਕਾਰ ਇੱਕ ਕੰਧ ਬਣ ਕੇ ਖੜੂਗੀ ਤਾਂ ਇੱਥੇ ਅਸੀਂ ਧਰਨੇ ਲਾ ਕੇ ਬਹਿ ਜਾਾਂਗੇ, ਤਾਂ ਦਿੱਲੀ ਦੇ ਵਿੱਚ ਨਹੀਂ ਜਾਣ ਦੇਣਾ ਸਰਕਾਰ ਨੇ। ਪਰ ਸਾਡੀ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਸਾਡੀ ਇਹ ਤਿਆਰੀ ਸੀ, ਤਕਰੀਬਨ ਸਾਰੇ ਕੋਈ 25 ਨੂੰ ਤੁਰਿਆ, ਕੋਈ 26 ਨੂੰ ਤੁਰਿਆ। ਅਸੀਂ ਇੱਕ ਫੈਸਲਾ ਕਰ ਲਿਆ ਸੀ ਪੰਜਾਬ ਦੀ ਮੀਟਿੰਗ ਕਰਕੇ ਬਈ 24 ਤਰੀਕ ਨੂੰ ਪੰਜਾਬ ਦੇ ਵਿੱਚੋਂ ਤੁਰਾਂਗੇ। 3 ਦਿਨ ਲੱਗਦੇ ਨੇ, 2 ਦਿਨ ਟਰਾਲੀਆਂ 'ਤੇ। ਜਦੋਂ ਅਸੀਂ ਹਜ਼ਾਰਾਂ ਟਰਾਲੀਆਂ ਲੈ ਕੇ ਜਾਣੀਆਂ ਤਾਂ ਇਹਦਾ ਜਿਹੜਾ ਰੂਟ ਹੈ, ਜਿਹੜਾ ਸਮਾਂ ਹੈ, ਉਹ ਇੰਨਾ ਮੰਗ ਕਰਦਾ ਵੀ 2 ਦਿਨਾਂ ਤੋਂ ਘੱਟ ਤੁਸੀਂ ਦਿੱਲੀ ਦੇ ਵਿੱਚ ਜਾ ਨਹੀਂ ਸਕਦੇ। ਤਾਂ 24 ਤਰੀਕ ਨੂੰ ਅਸੀਂ ਇੱਕ ਐਲਾਨ ਕੀਤਾ, ਮਹਿਲਾ ਚੌਕ ਸੰਗਰੂਰ ਦੇ ਵਿੱਚ ਇਕੱਠੇ ਹੋਏ। 25 ਤਰੀਕ ਨੂੰ ਅਸੀਂ ਤੜਕੇ ਸੁਬਾਹ ਉੱਥੋਂ ਤੁਰ ਕੇ ਤਾਂ ਅਸੀਂ ਜਿਹੜਾ ਆਪਣਾ ਟਹਾਣਾ ਹੈ, ਮੂਨਕ ਹੈ, ਉਧਰ ਦੀ ਹੋ ਗਏ। 26 ਤਰੀਕ ਨੂੰ ਪਹਿਲਾਂ ਇਹ ਜਿਹੜਾ ਸ਼ੰਭੂ ਵਾਲਾ ਨੌਜਵਾਨਾਂ ਨੇ ਬਾਰਡਰ ਤੋੜਿਆ, ਫਿਰ ਸਾਡਾ ਅਸੀਂ ਨਾਕਾ ਤੋੜਿਆ। ਤਾਂ ਉਹ ਜਿੰਨੇ ਉਹਨਾਂ ਦੇ ਜਿਹੜੇ ਨਾਕੇ ਸੀ, ਜਿਹੜੇ ਖੱਡੇ ਸੀ, ਸਾਰੇ ਕਿਸਾਨ ਅਸੀਂ ਉਹਦੇ ਵਿੱਚ ਜਿਹੜਾ ਇੱਕ ਜੋਸ਼ ਸੀ ਲੋਕਾਂ ਦਾ ਦਿੱਲੀ ਪਹੁੰਚਣ ਦਾ, ਉਹਦੇ ਵਿੱਚ ਕਾਮਯਾਬ ਹੋਏ। ਤਾਂ ਉਹ ਲੋਕਾਂ ਨੂੰ ਫਿਰ ਮੰਗਰ ਤੁਰਨਾ ਪਿਆ ਵੀ ਠੀਕ ਹੈ, ਇਹ ਹਾਲਾਤ ਨਹੀਂ ਸੀ, ਅਸੀਂ ਤਾਂ ਮੱਥ ਕੇ ਤਾਂ ਇਹ ਐਸੀ ਵੀ ਅਸੀਂ ਬਾਰਡਰਾਂ 'ਤੇ ਬੈਠਾਂਗੇ। ਪਰ ਸਾਡੇ ਨੌਜਵਾਨਾਂ ਨੇ, ਸਾਡੇ ਕਿਸਾਨਾਂ ਦੇ ਜੋਸ਼ ਨੇ, ਸਾਡੇ ਆਗੂਆਂ ਦੀ ਸਮਝ ਨੇ, ਤਾਂ ਅਸੀਂ ਦਿੱਲੀ ਵਿੱਚ ਸਾਰੇ ਭਾਰਤੀ ਕਿਸਾਨ ਲਿਜਾਣ 'ਚ ਕਾਮਯਾਬ ਹੋ ਗਏ ਹਾਂ। ਜਦੋਂ ਉੱਥੋਂ ਸ਼ਾਂਤਮਈ ਅਸੀਂ ਇੱਕ ਐਲਾਨ ਕੀਤਾ ਵੀ ਇਹ ਸੰਘਰਸ਼ ਲੰਮਾ ਚੱਲੂਗਾ, ਸ਼ਾਂਤਮਈ ਰਹਿ ਕੇ ਚੱਲੂਗਾ, ਤਾਂ 26 ਤਰੀਕ ਇੱਕ ਆਈ ਜਿਹੜੀ ਅਸੀਂ ਕਿਹਾ ਸੀ ਵੀ ਅਸੀਂ ਟਰੈਕਟਰਾਂ ਦੀ ਇੱਕ ਪਰੇਡ ਕਰਾਂਗੇ। ਤਾਂ ਉਹ ਜਦੋਂ ਪਰੇਡ ਕੀਤੀ ਹੈ ਤਾਂ ਉਦੋਂ ਵੀ ਅਸੀਂ ਇਹ ਕਹਿੰਦੇ ਸੀ ਵੀ ਜਿਹੜੀ ਲੜਾਈ ਹੈ ਸਾਡੀ ਭਾਰਤ ਸਰਕਾਰ ਨਾਲ ਹੈ। ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਕਾਨੂੰਨ ਪਾਸ ਹੋਏ ਆ, ਉਦੋਂ ਰਾਜ ਸਭਾ 'ਚ ਗਏ ਨੇ, ਰਾਜ ਸਭਾ ਤੋਂ ਇਹ ਰਾਸ਼ਟਰਪਤੀ ਕੋਲੇ ਗਏ ਆ। ਇਹਦਾ ਜਿਹੜਾ ਗੇੜ ਹੈ ਇਹ ਮਜਬੂਰ ਕਰਕੇ ਸਰਕਾਰ ਨੂੰ ਐਵੇਂ ਜ਼ਿਕਰ ਹੀ ਆਉਣਾ, ਕੋਈ ਸਾਡਾ ਹੋਰ ਸਾਈਡ ਤੋਂ ਅਸੀਂ ਇਹਨੂੰ ਰੱਦ ਨਹੀਂ ਕਰਵਾ ਸਕਦੇ। ਇੱਥੇ ਬਹਿ ਕੇ ਸਰਕਾਰ ਨੂੰ ਮਜਬੂਰ ਕਰਕੇ ਹਾਲਾਤ ਇਹਨੂੰ ਲਿਆ ਕੇ ਮਜਬੂਰ ਕਰਨਾ ਹੈ। ਪਰ ਉਹ ਸਰਕਾਰ ਨੇ 26 ਤਰੀਕ ਨਾਲ ਸਾਡੇ ਸੰਘਰਸ਼ ਨੂੰ ਇੱਕ ਇਹੋ ਜਿਹਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਆਪ ਹਮਾਰੇ ਹੈ ਜੀ, ਕਿਸੇ ਨੂੰ ਮਾਓਵਾਦੀ ਕਿਹਾ ਗਿਆ, ਕਿਸੇ ਨੂੰ ਖਾਲਿਸਤਾਨੀ ਕਿਹਾ, ਕਿਸੇ ਨੂੰ ਅੱਤਵਾਦੀ ਕਿਹਾ ਗਿਆ। ਪਰ ਸਾਡੇ ਆਗੂ ਇਹੀ ਅਪੀਲਾਂ ਕਰਦੇ ਰਹੇ ਆ ਬਈ ਸਾਡੀ ਲੜਾਈ ਕੇਂਦਰ ਨਾਲ ਹੈ, ਸਾਡੀ ਲੜਾਈ ਕਾਨੂੰਨ ਰੱਦ ਕਰਾਉਣ ਦੀ ਹੈ। ਜਿੰਨਾ ਸਮਾਂ ਮਰਜ਼ੀ ਤੁਸੀਂ ਜੋ ਭੰਡਣਾ ਭੰਡੋ, ਪਰ ਸਾਡੇ ਲੋਕ ਜਿਹੜੇ ਦਿੱਲੀ ਦੇ ਵਿੱਚ ਆ ਗਏ ਕਿਸੇ ਹਾਲਤ 'ਚ ਜਾਣਗੇ ਨਹੀਂ। ਅਸੀਂ ਉਹ ਵੀ ਉਹਦਾ ਜਿਹੜਾ ਪ੍ਰਚਾਰ ਤਕਰੀਬਨ ਕੱਲ੍ਹ ਅਸੀਂ ਜਿਹੜਾ ਦਿਨ ਮਨਾਇਆ, 3 ਮਹੀਨੇ ਪੂਰੇ ਹੋ ਚੁੱਕੇ ਆ ਸਾਨੂੰ ਦਿੱਲੀ ਦੇ ਵਿੱਚ 26 ਤਰੀਕ ਨੂੰ। ਤਾਂ ਜਿਹੜੀ ਸਾਡੀ ਗਿਣਤੀ ਜਿੱਦੇ ਅਸੀਂ 3 ਮਹੀਨੇ ਤੋਂ ਪਹਿਲਾਂ 26 ਤਰੀਕ ਨੂੰ ਗਏ ਹਾਂ, ਅੱਜ ਗਿਣਤੀ ਉੱਥੇ ਸਾਡੀ ਡੂਢੀ ਹੈ। ਜਿਹੜੇ ਸਾਡੇ ਦੂਜੇ ਬਾਰਡਰ ਸੀ, ਗਾਜ਼ੀਆਪੁਰ ਹੈ, ਰਾਜਸਥਾਨ ਵਾਲੇ ਤੋਂ ਜੈਪੁਰ ਵਾਲਾ ਰੋਡ ਹੈ, ਮੱਧ ਪ੍ਰਦੇਸ਼ ਵਾਲੇ ਕਿਸਾਨਾਂ ਦਾ ਰੋਡ ਹੈ, ਉੱਥੇ ਗਿਣਤੀ ਪਹਿਲਾਂ ਬਹੁਤ ਘੱਟ ਸੀ। 26 ਤੋਂ ਬਾਅਦ ਸਾਡਾ ਜਿੰਨਾ ਸਾਡੇ 'ਤੇ ਸਰਕਾਰ ਨੇ ਹਮਲੇ ਬੋਲੇ, ਉਸ ਹਮਲੇ ਨੂੰ ਅਸੀਂ ਜਿਹੜੀ ਕੋਸ਼ਿਸ਼ ਕਰਨਾ ਚਾਹੁੰਦੇ ਸੀ, ਜਿਹੜੀ ਸਾਡੀ ਅੰਦਰਲੀ ਸੋਚ ਸੀ ਵੀ ਇੱਕ ਭਾਰਤ ਦੇ ਕਿਸਾਨਾਂ ਦਾ ਇਹ ਜਿਹੜਾ ਘੋਲ ਹੈ ਬਣੇ, ਅੱਡੋ ਅੱਡੀ ਇਹ ਰੰਗਤ ਨਾ ਦੇਵੇ। ਵੀ ਸਰਕਾਰ ਕਹਿੰਦੀ ਰਹੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ, ਖੇਤੀ ਮੰਤਰੀ ਕਹਿੰਦਾ ਰਿਹਾ ਵੀ ਇਹ ਕੁਝ ਲੋਕਾਂ ਦਾ ਘੋਲ ਹੈ, ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਘੋਲ ਹੈ। ਅਸੀਂ ਸਮਾਂ 26 ਤਰੀਕ ਤੋਂ ਜਿੰਨਾ ਸਾਡੇ 'ਤੇ ਉਹਨਾਂ ਨੇ ਹੱਲਾ ਬੋਲਿਆ, ਉਸ ਹੱਲੇ ਦਾ ਮੁਕਾਬਲਾ ਕਰਦੇ ਹੋਏ ਅਸੀਂ ਅੱਜ ਜਿਹੜੇ ਚਾਰੇ ਬਾਰਡਰਾਂ 'ਤੇ ਦੇਖੋਗੇ ਸਾਰੇ ਧਰਮਾਂ ਦੇ ਲੋਕ ਬੈਠੇ ਆ। ਅੱਜ ਮੁਸਲਮਾਨਾਂ ਦੇ ਵੀ ਲੰਗਰ ਚੱਲ ਰਹੇ ਆ, ਅੱਜ ਹਿੰਦੂਆਂ ਦੇ ਵੀ ਲੰਗਰ ਚੱਲ ਰਹੇ ਆ, ਈਸਾਈਆਂ ਦੇ ਵੀ ਚੱਲ ਰਹੇ ਆ, ਸਾਡੇ ਸਿੱਖਾਂ ਦੇ ਵੀ ਚੱਲ ਰਹੇ ਆ। ਅੱਜ ਜਿਹੜੀ ਕਿਸਾਨੀ ਹੈ, ਸਮੁੱਚੀ ਕਿਸਾਨੀ ਦੂਜੇ ਬਾਰਡਰਾਂ 'ਤੇ, ਭਾਵੇਂ ਸਾਡੀ ਇੱਧਰ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਜ਼ਿਆਦਾ ਸੀ, ਅੱਜ ਸਾਰੇ ਬਾਰਡਰਾਂ 'ਤੇ ਤੁਸੀਂ ਸਮੁੱਚਾ ਕਿਸਾਨ, ਅਸੀਂ ਇਸ ਗੱਲ 'ਚੋਂ ਜਿਹੜੇ ਸਵਾਲ ਵੀ ਉੱਠਦੇ ਹੁੰਦੇ ਆ ਪ੍ਰੈਸ ਵਾਲੇ ਵੀ ਤੁਸੀਂ ਕੀ ਖੱਟਿਆ, ਕੀ ਕਮਾਇਆ, ਕੀ ਪ੍ਰਾਪਤੀਆਂ ਕੀਤੀਆਂ। ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਜੇ ਕਿ ਅਸੀਂ ਕਾਮਯਾਬ ਕਰਨ 'ਚ ਗੱਲ ਸਰਕਾਰ ਨੂੰ ਫੇਲ ਕਰਨ 'ਚ ਕਾਮਯਾਬ ਹੋਏ ਹਾਂ,
ਸਾਰੇ ਭਾਰਤ ਦੇ ਕਿਸਾਨਾਂ ਨੂੰ ਇੱਕ ਥਾਂ ਕੀਤਾ। ਦੂਜੀ ਗੱਲ ਜਿਹੜੀ ਨੌਜਵਾਨਾਂ ਵਾਸਤੇ, ਬਈ ਨੌਜਵਾਨ ਨਸ਼ਈ ਹੋ ਗਏ ਜੀ, ਇਹ ਕੰਮ ਨਹੀਂ ਕਰਦੇ ਜੀ, ਇਹ ਖਰਚਾ ਵੱਧ ਕਰਦੇ ਆ, ਸਰਕਾਰ ਕਹਿੰਦੀ ਰਹੀ ਹੈ ਕਿਸੇ ਐਂਗਲ ਤੋਂ, ਭਾਵੇਂ ਉਹ ਪੰਜਾਬ ਦੇ ਆ ਹਰਿਆਣਾ ਕਹਿੰਦੀ ਰਹੀ ਹੈ, ਪਰ ਸਾਡੇ ਨੌਜਵਾਨਾਂ ਨੇ ਇਕੱਲੇ ਭਾਰਤ ਦੇ ਕਿਸਾਨ ਨੂੰ ਮਜਬੂਰ ਨਹੀਂ ਕੀਤਾ। ਜਿੰਨੇ ਸਾਡੇ ਪਰਿਵਾਰ ਨੌਜਵਾਨ ਬਾਹਰ ਕੰਮਾਂ ਤੇ ਦੂਜੇ ਦੇਸ਼ਾਂ ਦੇ ਵਿੱਚ ਗਏ ਨੇ, ਉਹਨਾਂ ਨੇ ਉਹ ਸਰਕਾਰਾਂ ਵੀ ਮਜਬੂਰ ਕਰ ਲਈਆਂ ਇਸ ਘੋਲ ਤੇ ਬੋਲਣ ਲਈ। ਬਾਹਰਲੀਆਂ ਸਰਕਾਰਾਂ ਨੇ ਪਹਿਲੀ ਵਾਰੀ ਮਿਸਾਲ ਹੋਣਾ ਐਡੇ ਘੋਲ ਨੂੰ, ਨਹੀਂ ਤਾਂ ਵੱਧ ਤੋਂ ਵੱਧ ਸਟੇਟ ਤੇ ਸਿਮਟ ਜਾਂਦਾ ਹੈ ਜਾਂ ਭਾਰਤ ਦੀਆਂ ਥੱਲੇ 77 ਤੇ ਸਿਮਟ ਜਾਂਦਾ ਹੈ। ਇਹਨੇ ਭਾਰਤ ਤੋਂ ਬਾਹਰ ਉੱਠ ਕੇ ਦੁਨੀਆ ਪੱਧਰ ਤੇ ਜਿਹੜਾ ਘੋਲ ਹੈ ਸਾਡਾ ਅੱਜ ਵਰਲਡ ਪੱਧਰ ਦਾ ਘੋਲ ਹੈ। ਪ੍ਰਧਾਨ ਮੰਤਰੀਆਂ ਨੇ ਇੱਥੇ ਆ ਕੇ ਦੌਰੇ ਰੱਦ ਕਰਨੇ, ਲੋਕਾਂ ਨੇ ਪਾਰਲੀਮੈਂਟ 'ਚ ਮਤੇ ਪਾਉਣੇ, ਇਹ ਮੈਂ ਕਹਿੰਦਾ ਵੀ ਸਾਡੇ ਘੋਲ ਦੀ ਜਿੱਤ ਹੈ। ਕਿਉਂਕਿ ਲੜਾਈ ਅਸੀਂ ਇਸ ਕਰਕੇ ਵੱਡੀ ਕਹਿ ਰਹੇ ਹਾਂ, ਜਿਹਨੇ ਪ੍ਰਧਾਨ ਮੰਤਰੀ ਬਣਾਇਆ ਕਾਰਪੋਰੇਟ ਘਰਾਣਿਆਂ ਨੇ, ਅਡਾਨੀ ਅੰਬਾਨੀਆਂ ਨੇ, ਉਹਨਾਂ ਦਾ ਪਿੱਛੇ ਹੱਥ ਹੈ। ਉਹ ਕਹਿ ਰਹੇ ਨੇ ਵੀ ਅਸੀਂ ਤੇਰੇ ਨਾਲ ਸਮਝੌਤਾ ਕਰਕੇ ਆਏ ਹਾਂ, ਤੂੰ ਪਿੱਛੇ ਨਾ ਹਟ। ਹੁਣ ਦੇਖਣਾ ਪ੍ਰਧਾਨ ਮੰਤਰੀ ਨੇ ਹੈ ਬਈ ਭਾਰਤ ਦੇ ਕਿਸਾਨਾਂ ਦਾ, ਭਾਰਤ ਦੇ ਲੋਕਾਂ ਦਾ, ਭਾਰਤ ਦੇ ਇਸ ਖੇਤੀ ਨਾਲ ਕਿੰਨੇ ਲੋਕ ਜੁੜੇ ਆ, ਇਹਨਾਂ ਨੂੰ ਬਚਾਉਣਾ ਹੈ ਜਾਂ ਅਡਾਨੀ ਅੰਬਾਨੀ ਨੂੰ ਬਚਾਉਣਾ ਹੈ, ਇਹ ਪ੍ਰਧਾਨ ਮੰਤਰੀ ਤੈਅ ਕਰਨਾ ਹੈ। ਪਰ ਸਾਡਾ ਘੋਲ ਹੈ, ਹਰ ਹਾਲਤ ਅਸੀਂ ਠੋਕ ਕੇ ਕਹਿ ਰਹੇ ਹਾਂ, ਰੋਜ਼ ਕਹਿ ਰਹੇ ਹਾਂ ਬਈ ਕੋਈ ਅਸੀਂ ਪਿੱਛੇ ਹਟ ਕੇ ਨਹੀਂ ਆਵਾਂਗੇ। ਜਿਹੜਾ ਪ੍ਰਧਾਨ ਮੰਤਰੀ ਨੇ ਵੀ ਕਿਹਾ, ਖੇਤੀ ਮੰਤਰੀ ਨੇ ਵੀ ਕਿਹਾ ਵੀ ਪ੍ਰਪੋਜ਼ਲ ਲੈ ਕੇ ਆਓ ਪਿੱਛੇ ਹਟਣ ਦੀ, ਜਾਣੇ ਤੁਸੀਂ ਪਿੱਛੇ ਹਟੋ। ਘੋਲ ਦੇ ਵਿੱਚੋਂ ਇਹ ਜਾਂ ਅਣਜਾਣ ਤੋਂ ਅਣਜਾਣ ਵੀ ਵਰਕਰ, ਅਣਜਾਣ ਤੋਂ ਅਣਜਾਣ ਆਗੂ, ਇਹ ਕਦੇ ਸਵਾਲ ਹੀ ਨਹੀਂ ਦਿਮਾਗ ਦੇ ਵਿੱਚ ਲਿਆ ਸਕਦਾ ਵੀ 6 ਮਹੀਨੇ, ਮੈਨੂੰ ਲੱਗ 3 ਮਹੀਨੇ ਪੰਜਾਬ ਵਾਲੇ ਪਾ ਕੇ ਦੇਖਣਾ, ਅਸੀਂ 6 ਮਹੀਨਿਆਂ ਦੇ ਨੇੜੇ ਆ। 6 ਮਹੀਨੇ ਲੜਦੇ ਲੜਦੇ ਅਸੀਂ ਇਹ ਕਹੀਏ ਵੀ ਜਿਹੜੀ ਮੰਗ ਤੋਂ ਅਸੀਂ ਪਿੱਛੇ ਹਟ ਕੇ ਗੱਲ ਕਰ ਲਈ ਤਿਆਰ ਆ। ਤਾਂ ਇਸ ਮੋਰਚੇ 'ਚ ਅਸੀਂ ਕਿੰਨਾ ਕੁਛ, ਸਾਡੇ ਨੌਜਵਾਨ 17 18 ਸਾਲਾਂ ਦੇ ਸਾਡੇ ਸ਼ਹੀਦ ਹੋਇਆ। ਕੱਲ੍ਹ ਵੀ ਸਾਡਾ ਕਿਸਾਨ ਇੱਥੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧ ਹੈ, ਟਰਾਲੀ ਦੇ ਵਿੱਚ ਪਏ ਦੇ ਮੌਤ ਹੋਈ ਹੈ, ਉਹਦੀ ਉਮਰ 18 ਸਾਲ ਹੈ। 18 ਸਾਲ ਦੇ ਜਿਹੜਾ ਅਸੀਂ ਉਹਦਾ ਕੱਲ੍ਹ ਦਿਨ ਮਨਾਇਆ, ਮੁੰਡੇ ਨੇ ਗੋਲੀ, ਪੁਲਿਸ ਗੋਲੀ ਨਾਲ ਮਰੀਤ ਮਰਿਆ। ਤਾਂ ਐਸੀ ਘੋਲ ਦੇ ਵਿੱਚ ਤਕਰੀਬਨ 250-300 ਸਾਡੀਆਂ ਜਿਹੜੀਆਂ ਜਾਨਾਂ ਗਈਆਂ। ਤਾਂ ਕਿਸੇ ਹਾਲਤ ਨਹੀਂ ਪਿੱਛੇ ਅਸੀਂ ਸਮਝੌਤਾ ਕਰਾਂਗੇ, ਕਿਸੇ ਹਾਲਤ ਪਿੱਛੇ ਨਹੀਂ ਹਟਾਂਗੇ। ਹੁਣ ਸਰਕਾਰ ਨੇ ਤੈਅ ਕਰਨਾ ਹੈ, ਸਾਡੇ 'ਤੇ ਜਿੰਨੀ ਸਖਤੀ ਹੈ ਵਰਤੇ, ਬਹੁਤ ਕੁਛ ਹੈ। ਪਰ ਅਸੀਂ ਇੱਕ ਗੱਲ, ਸਾਡੇ ਆਗੂ ਉੱਥੋਂ ਸਿੰਘੂ ਬਾਰਡਰ ਤੋਂ ਵੀ ਕਹਿੰਦੇ ਆ, ਟਿੱਕਰੀ ਬਾਰਡਰ ਤੋਂ ਵੀ ਕਹਿੰਦੇ ਆ, ਉਹ ਮਹਾਂ ਕਿਸਾਨ ਪੰਚਾਇਤਾਂ 'ਚ ਵੀ ਕਹਿੰਦੇ ਆ ਬਈ ਕਿਸੇ ਦੇ ਮੋਢੇ 'ਤੇ ਧਰ ਕੇ ਨਾ ਚਲਾਓ। ਤੂੰ ਤਾਕਤ ਵਰਤਣੀ ਹੈ, ਆਪਦੀ ਸਰਕਾਰ ਵਾਲੀ ਤਾਕਤ ਵਰਤ। ਤੁਹਾਡੇ ਕੋਲੇ ਫੌਜ ਹੈ, ਪੁਲਿਸ ਹੈ, ਉਹ ਤਾਕਤ ਵਰਤੋ, ਅਸੀਂ ਉਹਨਾਂ ਦਾ ਸਾਹਮਣਾ ਕਰਾਂਗੇ। ਹਰ ਹਾਲਤ ਜਿਹੜਾ ਘੋਲ ਹੈ ਜਿੱਤ ਕੇ ਮੁੜਾਂਗੇ। ਪ੍ਰਧਾਨ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵੀ ਜਾਨਾਂ ਗਈਆਂ, ਆਰਥਿਕ ਤੌਰ 'ਤੇ ਅਤੇ ਜਾਨੀ ਤੌਰ 'ਤੇ ਨੁਕਸਾਨ ਕਾਫੀ ਹੋਇਆ, ਅਤੇ ਤੁਹਾਡਾ ਵੀ ਲੰਮਾ ਤਜਰਬਾ ਰਿਹਾ ਯੂਨੀਅਨ ਦੇ ਤੌਰ 'ਤੇ। ਤੁਹਾਨੂੰ ਕੀ ਲੱਗਦਾ ਕਿ ਇਹ ਵੀ ਅਸਾਰ ਤਾਂ ਲੰਮੇ ਨੇ, ਸੰਘਰਸ਼ ਅੰਦੋਲਨ ਲੰਮਾ ਚੱਲੂਗਾ, ਤੁਹਾਡੇ ਤਜਰਬੇ ਅਨੁਸਾਰ ਇਹ ਸੰਘਰਸ਼ ਹੋਰ ਕਿੰਨਾ ਲੰਮਾ ਹੋ ਸਕਦਾ? ਦੇਖੋ, ਸਾਡੀ ਜਿਹੜੀ ਅਸੀਂ ਸੋਚ ਰਹੇ ਹਾਂ, ਜਿਹੜੇ ਅੰਗਲ ਤੋਂ ਪਿੱਛੇ ਹਟਣ ਦੀ ਸਵਾਲ ਤਾਂ ਜਿਹੜੀ ਸਰਕਾਰ ਸਾਨੂੰ ਕਰ ਰਹੀ ਹੈ, ਸੋਚਣਾ ਤਾਂ ਸਰਕਾਰ ਨੇ ਹੈ ਬਈ ਅਸੀਂ ਉਸ ਕਾਨੂੰਨਾਂ ਤੋਂ ਜਿਹੜੇ ਅਸੀਂ ਲੈ ਆਏ ਲੋਕਾਂ ਦੇ ਸਾਹਮਣੇ, ਇਹਨੂੰ ਰੱਦ ਕਿਵੇਂ ਕਰੀਏ, ਅਸੀਂ ਅਡਾਨੀ ਅੰਬਾਨੀ ਨੂੰ ਪਿੱਛੇ ਕਿਵੇਂ ਧੱਕੀਏ। ਹਜੇ ਤੱਕ ਸਰਕਾਰ ਇਹ ਕਰੀਏ ਵੀ ਕਿਸਾਨ ਪਿੱਛੇ ਹਟਣ, ਉਹਨਾਂ ਨੂੰ ਇੱਕ ਵੀ ਪੈਸਾ ਜਿਹੜੀ ਹੈ ਜੋ ਉਹਨਾਂ ਨਾਲ ਵਾਅਦਾ ਕੀਤਾ ਉਹਨੇ ਅੰਦਰ ਘੁੱਟੇ, ਉਹ ਤੇ ਉਹ ਕਾਇਮ ਹੈ, ਅਸੀਂ ਉਹਨੂੰ ਮੋੜਨਾ ਹੈ। ਘੋਲ ਲੰਮਾ ਚੱਲੂਗਾ, ਕੋਈ ਰੌਲਾ ਨਹੀਂ। ਸਰਕਾਰ ਘੋਲ ਲੰਮੇ ਦੇ ਜਿਹੜਾ 11 ਮੀਟਿੰਗਾਂ ਹੋਣੀਆਂ, ਇਹ ਸਵਾਲ ਉਦੋਂ ਹੀ ਸਾਡੇ ਅੰਦਰ ਤੈਅ ਸੀਗਾ, ਅਸੀਂ ਉਹ ਮੌਕਾ ਨਹੀਂ ਦਿੱਤਾ ਸਰਕਾਰ ਨੂੰ। ਬਹੁਤ ਸਾਡੇ ਤੇ ਕਿਸਾਨ ਲੋਕ ਬਾਹਰੋਂ ਵੀ ਸਾਨੂੰ ਇਹ ਪੁੱਛਦੇ ਸੀ ਵੀ ਜਦੋਂ ਮੀਟਿੰਗ ਦੇ ਵਿੱਚੋਂ ਕੁਝ ਨਿਕਲਦਾ ਹੀ ਨਹੀਂ, ਤੁਸੀਂ ਮੀਟਿੰਗਾਂ ਵਾਰ-ਵਾਰ ਸਰਕਾਰ ਨਾਲ ਕਿਉਂ ਕਰਦੇ ਹੋ। ਅਸੀਂ ਕਹਿ ਰਹੇ ਸੀ ਵੀ ਸਰਕਾਰ, ਸਾਨੂੰ ਪਤਾ ਨਹੀਂ ਕੁਝ ਨਿਕਲਦਾ, ਪਰ ਸਰਕਾਰ ਇੱਕ ਬਹਾਨਾ ਚਾਹੁੰਦੀ ਹੈ ਬਈ ਇਹ ਲੋਕ ਬੈਠੇ ਨੇ, ਇਹ ਗੱਲਬਾਤ ਤੋਂ ਭੱਜਦੇ ਨੇ, ਇਹਨਾਂ ਨੇ ਇਹ ਕਾਲੇ ਕਾਨੂੰਨ ਜਿਹੜੇ ਅਸੀਂ ਲਿਆਂਦੇ ਇਹਨੂੰ ਰੱਦ ਨਹੀਂ ਕਰਵਾਉਣਾ ਚਾਹੁੰਦੇ, ਇਹ ਤਾਂ ਇੱਕ ਆਪਦੀ ਸਿਆਸਤ ਚਮਕਾਉਣਾ ਚਾਹੁੰਦੇ। ਇਹ ਉਹਨਾਂ ਦੇ ਮੰਤਰੀਆਂ ਦੇ ਮੂੰਹੋਂ ਨਿਕਲਦੀ ਗੱਲ। ਤਾਂ ਜਿਹੜੀ 26 ਦੀ ਘਟਨਾ ਹੋਈ ਹੈ, ਜੇ ਅਸੀਂ ਗੱਲ ਤੋਂ ਇਹ ਬਾਈਕਾਟ ਕੀਤਾ ਹੁੰਦਾ ਵੀ ਸਰਕਾਰ ਨਾਲ ਗੱਲ ਨਹੀਂ ਕਰਨੀ, ਤਾਂ ਸਰਕਾਰ ਨੇ ਪੂਰਾ ਪ੍ਰਚਾਰਨਾ ਸੀ ਵੀ ਦੇਖੋ ਇਹਨਾਂ ਲੋਕਾਂ ਦਾ ਮਸਲਾ ਹੋਰ ਸੀ, ਆਹ ਸਾਹਮਣੇ ਆ ਗਿਆ, ਇਹ ਤਾਂ ਜਾ ਕਰਕੇ ਸਾਡੇ ਮੀਟਿੰਗਾਂ ਦਾ ਬਾਈਕਾਟ ਕਰਦੇ ਸੀ। ਪਰ ਇਹ ਸਰਕਾਰ ਨੂੰ ਇੱਕ ਵੀ ਲਫ਼ਜ਼ ਮੂੰਹੋਂ ਬੋਲਣਾ ਨਹੀਂ ਪਿਆ ਵੀ ਅਸੀਂ ਜਿਹੜੀ ਮੀਟਿੰਗ ਰੱਦ ਕਿਸਾਨਾਂ ਨੇ ਨਹੀਂ ਕੀਤੀ, ਸਰਕਾਰ ਪਿੱਛੇ ਹਟੀ ਹੈ। ਤਾਂ ਉਹ ਮੀਟਿੰਗ ਦੇ ਵਿੱਚੋਂ ਕੱਖ ਨਾ ਨਿਕਲਣਾ, ਉੱਥੇ ਹੀ ਅੜਨਾ, ਤਾਂ ਇਹਨਾਂ ਨੂੰ ਇਹ ਸੀ ਵੀ ਘੋਲ ਚੱਲੂਗਾ ਲੰਮਾ।
ਘੋਲ ਲੰਮੇ ਦੇ ਵਿੱਚੋਂ ਸਾਨੂੰ ਅਸੀਂ ਕੋਈ ਅਨਸਰ ਬਾੜ ਕੇ ਇਹਨਾਂ ਦੇ ਜਾਂ ਤਾਂ ਜਥੇਬੰਦੀਆਂ ਦੇ ਵਿੱਚ ਫੁੱਟ ਪਾ ਲਾਂਗੇ ਜਾਂ ਇਹਨਾਂ ਦੇ ਖਿਲਾਫ ਕੋਈ ਪ੍ਰਚਾਰ ਹੀ ਇਹੋ ਜਿਹਾ ਕਰ ਦਾਂਗੇ ਵੀ ਜਿਹੜੇ ਮਜਬੂਰ ਹੋ ਕੇ ਧਰਨਾ ਚੱਕਣ ਨੂੰ ਆਪ ਹੀ ਮਜਬੂਰ ਹੋ ਜਾਣ। ਤਾਂ ਮੈਂ ਕਹਿੰਦਾ ਵੀ ਇੱਕ ਸਾਡੇ ਤਾਂ ਪ੍ਰਮਾਤਮਾ ਦੀ ਮਿਹਰ ਹੈ ਬਈ ਇੰਨੀਆਂ ਘਟਨਾ ਦੇ ਬਾਵਜੂਦ ਵੀ ਸਾਡੇ ਜਿਹੜੇ ਉੱਥੋਂ ਦੇ ਲੋਕ ਹੈ ਚੜ੍ਹਦੀ ਕਲਾ ਹੈ। ਇਹ ਪਹਿਲੀ ਵਾਰ ਹੈ ਬਈ ਕਿਸੇ ਤੇ ਮਾੜਾ ਜਿਹਾ ਲਾਠੀ ਚਾਰਜ ਹੋ ਜੇ, ਕੇਸ ਬਣ ਜੇ, ਉਹ ਪਰਿਵਾਰ ਇਹ ਕਹਿੰਦਾ ਵੀ ਤੈਨੂੰ ਕੀ ਲੋੜ ਸੀ ਜਾਣ ਦੀ, ਹੋਰ ਪਿੰਡ ਬੈਠਾ ਹੈ, ਤੂੰ ਮੂਹਰੇ ਕਿਉਂ ਗਿਆ। ਇਹੋ ਜਿਹੇ ਨੌਜਵਾਨ ਉਸ ਘੋਲ ਦੇ ਵਿੱਚ ਸ਼ਹੀਦ ਹੋਣੇ ਤੇ ਉਹ ਭੋਗ ਤੋਂ ਬਾਅਦ ਉਹ ਪਰਿਵਾਰ ਜਾ ਕੇ ਸਟੇਜ ਤੇ ਜਾ ਕੇ ਸਾਡੇ ਨਾਲ ਵਿਸ਼ਵਾਸ ਦਵਾਵੇ ਮੈਂ ਉੱਥੇ ਆ। ਦੇਖੋ ਕੱਲ੍ਹ ਜੇ ਇਹਦਾ ਦਾਦਾ ਸੀਗਾ ਸਟੇਜ ਤੇ ਬੋਲਿਆ, ਨੌਜਵਾਨਾਂ ਦੀ ਸਟੇਜ ਸੀ ਕੱਲ੍ਹ, ਤਾਂ ਉਸ ਪਰਿਵਾਰਾਂ ਵੱਲੋਂ ਇੰਨਾ ਹਲਾਰਾ ਦੇਣਾ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਤਾਂ ਇਹ ਪਹਿਲੀ ਵਾਰ ਹੋਇਆ ਵੀ ਨਹੀਂ ਪਰਮਾਤਮਾ ਦੇ ਜਦੋਂ ਘਟਨਾ ਵਾਪਰ ਜੇ ਭਾਣਾ ਅਸੀਂ ਸਾਰੇ ਲੋਕ ਮੰਨਦੇ ਹਾਂ, ਪਰ ਪਰਿਵਾਰ ਕਿਸੇ ਨਾ ਕਿਸੇ ਪ੍ਰੋਜ ਤੋਂ ਹਿੱਲ ਜਾਂਦਾ ਹੈ। ਜਿਵੇਂ 26 ਜਨਵਰੀ ਦੀ ਘਟਨਾ ਤੁਸੀਂ ਜ਼ਿਕਰ ਕੀਤਾ ਕਿ 26 ਜਨਵਰੀ ਦੀ ਘਟਨਾ ਵੱਡੀ ਸੀ। ਕਈ ਕਿਸਾਨ ਸੀ, ਨੌਜਵਾਨ ਵੀ ਸੀ ਜਿਨ੍ਹਾਂ ਨੂੰ ਰਿੰਗ ਰੋਡ ਦਾ ਪਤਾ ਨਹੀਂ ਸੀ, ਉਹ ਭੁਲੇਖੇ ਨਾਲ ਚਲੇ ਗਏ ਤੇ ਕਈ ਹਿਰਾਸਤ ਦੇ ਵਿੱਚ ਵੀ ਨੇ। ਜੋ ਹੁਣ ਹਿਰਾਸਤ ਦੇ ਵਿੱਚ ਨੇ, ਇਹਨਾਂ ਦੀ ਜਥੇਬੰਦੀਆਂ ਦੀ ਇਹਨਾਂ 'ਤੇ ਕੀ ਪ੍ਰਤੀਕਿਰਿਆ? ਦੇਖੋ ਜਿਹੜੀਆਂ ਜਥੇਬੰਦੀਆਂ ਅਸੀਂ ਉੱਥੇ ਹੀ ਕਿਹਾ, ਸਿੰਘੂ ਬਾਰਡਰ ਸਟੇਜ ਤੋਂ ਵੀ ਕਿਹਾ ਸੀ। ਮੈਂ ਉਹਦੇ ਜਿਹੜੇ 26 ਦੀ ਜਿਹੜੀ ਅਗਵਾਈ ਕਰ ਰਿਹਾ ਸੀ, ਅਸੀਂ ਟਿੱਕਰੀ ਬਾਰਡਰ ਤੋਂ ਕਰ ਰਹੇ ਸੀ। ਜੋ ਰੂਟ ਸਰਕਾਰ ਨੇ ਅਸੀਂ ਪ੍ਰਸ਼ਾਸਨ ਨਾਲ ਪਹਿਲਾਂ ਮੀਟਿੰਗਾਂ ਹੋ ਕੇ ਤੈਅ ਹੋਇਆ, ਉਸ ਰੂਟ ਤੋਂ ਖੇਡ ਕੇ ਲੋਕਾਂ ਨੂੰ ਪੁਲਿਸ ਆਪ ਲੈ ਕੇ ਗਈ ਹੈ ਲਾਲ ਕਿਲ੍ਹੇ ਤੇ। ਕਿਸੇ ਨੌਜਵਾਨ ਦੀ ਗਲਤੀ ਨਹੀਂ। ਉਹ ਕਿਉਂ ਨਹੀਂ ਗਲਤੀ? ਅਸੀਂ ਟਿੱਕਰੀ ਬਾਰਡਰ ਤੇ ਮੂਹਰੇ DSP ਹੈ, SHO ਹੈ ਸਾਡੇ, ਅਸੀਂ ਅਗਵਾਈ ਕਰ ਰਹੇ ਹਾਂ। ਅਸੀਂ ਉਹਨੂੰ ਕਹਿ ਰਹੇ ਹਾਂ ਵੀ ਅਸੀਂ ਆਹ ਜਿਹੜਾ ਰੂਟ ਹੈ ਇੱਧਰ ਜਾਣਾ, ਤਾਂ ਉਹ ਇੱਕ ਨੌਜਵਾਨਾਂ ਨੂੰ ਬੰਦੇ ਫੋਰਸ ਬਿਨਾਂ ਵਰਦੀ ਤੋਂ ਉਹ ਕਹਿ ਰਹੇ ਨੇ ਵੀ ਤੁਸੀਂ ਇੱਧਰ ਜਾਣਾ। ਨਾਗਲੋਈ ਜਿਹੜਾ ਸਟੇਸ਼ਨ ਹੈ ਉੱਥੋਂ ਸਾਨੂੰ ਮਜਬੂਰ ਇੱਕ ਸਪੀਕਰ ਲਾਇਆ ਹੋਇਆ, ਸਪੀਕਰ ਤੋਂ ਲੌਸਮੈਂਟ ਕਰ ਰਿਹਾ ਵੀ ਤੁਸੀਂ ਕਿੱਧਰ ਜਾਣਾ ਜੀ। ਦੇਖੋ ਰੂਟ ਤੈਅ ਕੀਤਾ, ਲੋਕ ਬੈਠੇ ਹੈ, ਇੱਕ ਪੁਲਿਸ ਮੁਲਾਜ਼ਮ ਉੱਤੋਂ ਸਟੇਜ ਤੋਂ ਕਹੇ ਵੀ ਤੁਸੀਂ ਕਿੱਧਰ ਜਾਣਾ, ਤਾਂ ਇਹਦਾ ਮਤਲਬ ਇੱਕ ਉਭਾਰ ਉਠਾਉਂਦਾ ਸੀ ਅੰਦਰੋਂ ਵੀ ਤੁਸੀਂ ਤਾਂ ਗਲਤ ਜਾ ਰਹੇ ਹੋ ਜਿਹੜੇ ਅਸੀਂ ਰੂਟ 'ਤੇ ਜਾ ਰਹੇ ਹਾਂ। ਜਾਣ ਬੁੱਝ ਕੇ ਸਰਕਾਰ ਨੇ ਆਪਦੀ ਯੋਜਨਾ ਮੁਤਾਬਕ ਲੈ ਕੇ ਗਏ ਨੇ, ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੀ ਅਸੀਂ ਸਾਰੀ ਪੈਰਵਾਈ ਕਰਕੇ ਤਕਰੀਬਨ 150 ਵਕੀਲ ਦੀ ਇੱਕ ਕਮੇਟੀ ਬਣੀ ਹੋਈ ਆ, ਰਕਾਬਗੰਜ ਗੁਰਦੁਆਰੇ 'ਚ ਬਹਿੰਦੇ ਆ, ਉਹਦੀ ਪੈਰਵਾਈ ਕਰਦੇ ਆ। ਜਿਹੜੇ ਨੌਜਵਾਨਾਂ ਦੀ ਜ਼ਮਾਨਤ ਲੱਗਣ ਵਾਲੀ ਹੁੰਦੀ ਹੈ, ਜਿਹੇ ਜਿਹੇ ਕੇਸ ਪਾਏ ਆ, ਉਹ ਲਗਾਤਾਰ ਹੁਣ ਤੱਕ ਦੇ ਜਿਹੜੇ ਸਾਡੇ 75 ਕਿਸਾਨ ਨੌਜਵਾਨ ਆ ਜਿਹੜੇ ਉਹ ਬਾਹਰ ਆ ਚੁੱਕੇ ਆ, ਉਹਨਾਂ ਦਾ ਸਾਰਾ ਖਰਚਾ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾ ਰਹੇ ਆ। ਜਿਹੜੇ ਅੰਦਰ ਵੀ ਉਹਨਾਂ ਦੇ ਖਰਚੇ ਹੈ 2-2 ਹਜ਼ਾਰ ਅਸੀਂ ਸਾਰੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਜੇਲ੍ਹਾਂ ਦੇ ਵਿੱਚ ਜਿੰਨਾ ਖਰਚਾ ਹੈ ਉਹਨਾਂ ਨੂੰ ਵੀ ਅਸੀਂ ਦੇ ਰਹੇ ਹਾਂ। ਉਹਨਾਂ ਨੂੰ ਲਿਆ ਕੇ ਅਸੀਂ ਬਾਹਰ ਰੋਜ਼ ਉਹਨਾਂ ਨੂੰ ਪਿੰਡ ਤੱਕ ਜਾਣ ਦਾ ਵੀ ਪ੍ਰਬੰਧ ਕਰ ਰਹੇ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਰਿਹਾ ਹੋ ਕੇ ਪਿੰਡਾਂ ਦੇ ਵਿੱਚ ਜਾਂਦੇ ਆ, ਉਹਨਾਂ ਪਿੰਡਾਂ ਦੇ ਵਿੱਚ ਵੀ ਅਸੀਂ ਸਮਾਗਮ ਕਰਨ ਦੀ ਬਿਉਂਤ ਬਣਾਈ ਹੈ। ਤਾਂ ਜਿਹੜੇ ਸਾਡੀ ਜਥੇਬੰਦੀ ਨਾਲ ਸੰਬੰਧਤ ਹੈ ਜਾਂ ਹੋਰ ਜਥੇਬੰਦੀਆਂ ਨੂੰ ਵੀ ਸੰਬੰਧਤ ਹੈ, ਉਹਨਾਂ ਦਾ ਜਿਹੜਾ ਇੰਨਾ ਚਿਰ ਮਹੀਨਾ ਉਹਨਾਂ ਨੇ ਰਹਿਣਾ, ਉਹਨਾਂ ਨਾਲ ਕੀ ਬੀਤੀ, ਕੀ ਕੁਛ ਹੋਇਆ, ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਪਰ ਉਹਨਾਂ ਨੌਜਵਾਨਾਂ ਦੇ ਨਾਲ ਜਥੇਬੰਦੀਆਂ ਖੜੀਆਂ, ਸੰਯੁਕਤ ਕਿਸਾਨ ਮੋਰਚਾ ਖੜਾ, ਜੋ ਉਹਦਾ ਖਰਚਾ, ਜੋ ਤਕਲੀਫਾਂ, ਜੋ ਕਿਸੇ ਦੇ ਟਰੈਕਟ ਫਸੇ ਨੇ ਥਾਣਿਆਂ ਦੇ ਵਿੱਚ ਖੜ੍ਹੇ ਆ, ਉਹ ਅਸੀਂ ਸਾਰੀ ਜ਼ਿੰਮੇਵਾਰੀ ਆਪਦੇ ਸਿਰ ਚੱਕਾਂਗੇ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਸਰਕਾਰ ਜਾਣਬੁੱਝ ਕੇ ਸਿਆਸੀ ਪਾਰਟੀਆਂ ਇਹੋ ਜਿਹਾ ਕੋਈ ਪ੍ਰਚਾਰ ਕਰ ਸਕਦੀਆਂ, ਤਾਂ ਅਸੀਂ ਉਹਨਾਂ ਨੂੰ ਮੋੜਦੇ ਹੋਏ ਜਿਹੜੇ ਜੇ ਕੋਈ ਸਾਥ ਦੇਣਾ ਚਾਹੁੰਦਾ, ਕੋਈ ਨਾਲ ਰਲਣਾ ਚਾਹੁੰਦਾ, ਸਾਈਡ 'ਤੇ ਰਲੇ, ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀ ਜ਼ਿੰਮੇਵਾਰੀ ਆਪ ਚੱਕਾਂਗੇ। ਤੇ ਦੀਪ ਸਿੱਧੂ ਤੇ ਲੱਖੇ ਸਧਾਣੇ ਬਾਰੇ ਕੀ ਵਿਚਾਰ ਨੇ ਕਿਸਾਨ ਜਥੇਬੰਦੀਆਂ ਦੇ? ਦੇਖੋ ਜੇ ਉਹਨਾਂ ਦੇ ਬਾਰੇ ਵਿਚਾਰ ਆ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ, ਇਕੱਲੇ ਉਹ 2 ਜਣੇ ਨਹੀਂ, ਹੋਰ ਬਹੁਤ ਲੋਕ ਨੇ ਜਿਹੜੀ ਸਾਡੀ ਮਦਦ ਕਰ ਰਹੇ ਨੇ। ਮਦਦ ਕਰਨ ਆਉਣ, ਜੋ ਪ੍ਰੋਗਰਾਮ ਦਿੱਤਾ ਜਾਂਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੀ ਪਾਲਣਾ ਕਰਨੀ ਚਾਹੀਦੀ ਸਾਰਿਆਂ ਨੂੰ। ਉਹਦੇ ਪ੍ਰੋਗਰਾਮ ਦੇ ਤਹਿਤ ਜੋ ਅਸੀਂ ਪ੍ਰੋਗਰਾਮ ਲਿਖਦੇ ਹਾਂ, ਦੇਖੋ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਦੇ ਵਿੱਚ ਆਉਂਦਾ, ਠੀਕ ਹੈ, ਕਿਸੇ ਨੂੰ ਚੰਗਾ ਲੱਗ ਸਕਦਾ, ਕਿਸੇ ਨੂੰ ਮਾੜਾ ਲੱਗਦਾ, ਇਹ ਵਿਚਾਰ ਨੇ। ਵਿਚਾਰ ਆਪਦੇ ਉਦੋਂ ਰੱਖਣੇ ਚਾਹੀਦੇ। ਅੱਜ ਅਸੀਂ ਭਾਰਤ ਦੇ ਜਿਹੜੇ ਲੋਕ ਆ, ਸਾਡੇ ਜਿਹੜੇ ਕੁਛ ਇਹੋ ਜਿਹੇ ਲੋਕ ਨੇ ਜਿਹੜੇ ਖੇਤੀ ਵੀ ਨਹੀਂ ਕਰਦੇ, ਪਰ ਉਹਨਾਂ ਨੂੰ ਪਤਾ ਵੀ ਸਾਡੇ 'ਤੇ ਇਹਨਾਂ ਦਾ ਹਮਲਾ ਹੋਣਾ। ਅੱਜ ਮੈਨੂੰ ਲੱਗਦਾ ਵੀ ਸਾਰੇ ਲੋਕਾਂ ਨੂੰ ਉੱਪਰ ਉੱਠ ਕੇ, ਆਪਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਸੋਚਣਾ ਚਾਹੀਦਾ ਵੀ ਸਾਡੀ ਮਦਦ ਨਾਲ ਕਿਸੇ ਨਾਲ ਇਹ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਕਿਸੇ ਪਾਸਿਓਂ ਸਰਕਾਰ ਨੂੰ ਬਿੱਲ ਨਹੀਂ ਮਿਲਣੀ ਚਾਹੀਦੀ। ਜੇ ਸਰਕਾਰ ਨੂੰ ਮਾੜੀ ਜਿਹੀ ਬਿੱਲ ਮਿਲਦੀ ਹੈ ਤਾਂ ਸਾਡੇ 'ਚੋਂ ਪਾੜਾ ਵੱਡਾ ਕਰਨ 'ਚ ਕਾਮਯਾਬ ਹੁੰਦੀ ਹੈ ਪੁਲਿਸ। ਸਾਨੂੰ ਆਪ ਦਾ ਪਾੜਾ ਨਿਮੇੜਦੇ ਹੋਏ ਗਾਹਾਂ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ। ਤਾਂ ਇਹ ਐਂਗਲ
ਖਾਸ ਕਰਕੇ ਮੈਨੂੰ ਲੱਗਦਾ ਵੀ ਸਾਡੇ ਨੌਜਵਾਨ ਨੂੰ ਪੰਜਾਬ ਦੇ ਵਿੱਚੋਂ ਨਹੀਂ ਉਠਾਉਣੇ ਚਾਹੀਦੇ। ਅੱਜ ਭਾਰਤ ਦੇ ਕਿਸਾਨਾਂ ਦੀ ਭਾਰਤ ਵਾਲੀ ਰਾਏ ਕੋਈ ਸੁਝਾਅ ਦੇਣਾ ਚਾਹੀਦਾ। ਇੱਕ ਰਿਕਵੈਸਟ ਟਿਕੈਤ ਵੱਲੋਂ ਕਿਹਾ ਗਿਆ ਕਿ ਅਸੀਂ 40 ਲੱਖ ਟਰੈਕਟਰ ਲੈ ਕੇ ਸੰਸਦ ਦਾ ਘਿਰਾਓ ਕਰਾਂਗੇ। ਸੰਯੁਕਤ ਮੋਰਚੇ ਦੇ ਇਸ ਬਾਰੇ ਸੰਯੁਕਤ ਮੋਰਚਾ ਕੀ ਸੋਚਦਾ, ਇਸ ਬਾਰੇ ਕੀ ਆਪਣੀ ਗੱਲ ਕਹੂਗਾ? ਦੇਖੋ, ਇੱਕ ਮੈਂ ਇੱਥੇ ਹੁਣ ਇੰਟਰਵਿਊ ਦੇ ਵਿੱਚ ਬੈਠਾ ਹਾਂ, ਸਾਡੀ ਜਥੇਬੰਦੀ ਦੇ ਮੇਰੇ ਵਿਚਾਰ ਵੱਖਰੇ ਹੋ ਸਕਦੇ ਆ, ਪਰ ਇਹ ਸਾਡੀ ਤੈਅ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਫੈਸਲਾ ਹੋਣਾ ਸੰਯੁਕਤ ਕਿਸਾਨ ਮੋਰਚੇ ਦਾ ਉਹੀ ਲਾਗੂ ਹੋਣਾ। ਬਹੁਤ ਆਗੂ ਕੁਝ ਕਹਿ ਜਾਂਦੇ ਨੇ, ਜਿੱਦੇ ਕੋਈ ਇਹ ਫੈਸਲਾ ਹੋਊਗਾ ਫਿਰ 40 ਲੱਖ ਤੱਕ ਨਹੀਂ ਰਹਿਣਾ, ਫਿਰ ਅਸੀਂ ਸਾਰੇ ਭਾਰਤੀਆਂ ਨੂੰ ਕਿਸਾਨਾਂ ਨੂੰ ਸੱਦਾ ਦੇਵਾਂਗੇ। ਕਿਸੇ ਨੇ ਖੇਤੀ ਵਾਹੁਣ ਦਾ ਵੀ ਆਇਆ ਬਈ ਅਸੀਂ ਤਾਂ ਖੇਤੀ ਨੂੰ ਬਚਾਉਣ ਦੀ ਖਾਤਰ ਲੜ ਰਹੇ ਹਾਂ, ਇਹ ਵੀ ਕਿਸਾਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਵੀ ਦੇਖੋ ਹਜੇ ਫੈਸਲਾ ਨਹੀਂ ਹੋਇਆ, ਇਹ ਅੱਡੋ ਅੱਡੀ ਰਾਏ ਹੈ। ਮੇਰੀ ਕੋਈ ਰਾਏ ਇੱਥੋਂ ਹੋ ਜਾਂਦੀ ਹੈ, ਮੇਰੀ ਵੱਖਰੀ ਰਾਏ ਆ, ਉਹਦਾ ਜਵਾਬ ਦੇ ਮੈਂ ਆ, ਪਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਹੁੰਦਾ ਉਹ ਸਾਰੇ ਮੰਨਣਦੇ ਆ, ਉਹਨੂੰ ਲਾਗੂ ਕਰਦੇ ਆ। ਤਾਂ ਟਕੈਤ ਸਾਹਿਬ ਦੀ ਜਿਹੜੀ ਰਾਏ ਆ ਇਹ ਵੱਖਰੀ ਆਪਦੀ ਹੋ ਸਕਦੀ ਹੈ, ਪਰ ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਾਡੀ ਬੈਠਕ ਹੈ ਕੱਲ੍ਹ ਨੂੰ 28 ਤਰੀਕ ਨੂੰ ਉਹ 'ਚ ਹੋ ਰਹੀ ਹੈ। ਟਕੈਤ ਸਾਹਿਬ ਵੀ ਆਉਣਾ ਹੈ, ਦੂਜੇ ਵੀ ਆਉਣੇ, ਸਾਰੇ ਜੋ ਉੱਥੋਂ ਪਾਸ ਹੋਊਗਾ ਉਹ ਸਾਰੇ ਭਾਰਤ ਵਿੱਚ ਲਾਗੂ ਹੋਊਗਾ। ਤੇ ਹੁਣ 5 ਸੂਬਿਆਂ ਵਿੱਚ ਇਲੈਕਸ਼ਨ ਨੇ, 5 ਸੂਬਿਆਂ ਵਿੱਚ ਚੋਣਾਂ ਨੇ, ਕਿ ਕਿਸਾਨ ਆਗੂ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀਗੇ, ਟਕੈਤ ਵੱਲੋਂ ਵੀ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਅਸੀਂ ਟਰੈਕਟਰ 'ਤੇ ਜਾ ਕੇ ਪ੍ਰਚਾਰ ਕਰਾਂਗੇ, ਕਿ ਇਹੋ ਜਿਹਾ ਕੋਈ ਸੰਯੁਕਤ ਮੋਰਚੇ ਵੱਲੋਂ ਕੋਈ ਫੈਸਲਾ ਲਿਆ ਗਿਆ ਜਾਂ ਲਿਆ ਜਾਣਾ ਜੋ 5 ਸੂਬਿਆਂ ਦੇ ਵਿੱਚ ਚੋਣਾਂ ਨੇ, ਬੀਜੇਪੀ ਸਰਕਾਰ ਨੂੰ ਪ੍ਰਭਾਵਿਤ ਕਰਨ ਦੇ ਲਈ ਕੋਈ ਵੱਡਾ ਫੈਸਲਾ ਲੈ ਲੈਣ ਕਿਸਾਨ ਆਗੂ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਰਾਜਨੀਤਿਕ ਤੌਰ 'ਤੇ ਇਹ ਬੈਨ ਹੀ ਹੈ ਸੰਯੁਕਤ ਕਿਸਾਨ ਮੋਰਚੇ ਦਾ। ਜਦੋਂ ਅਸੀਂ ਕਿਸੇ ਸਿਆਸੀ ਆਗੂ ਨੂੰ ਸਟੇਜ 'ਤੇ ਬੋਲਣ ਦਾ ਟਾਈਮ ਨਹੀਂ ਦੇ ਰਹੇ ਤਾਂ ਅਸੀਂ ਕਿਸੇ ਦੇ ਹੱਕ 'ਚ ਪ੍ਰਚਾਰ ਵੀ ਨਹੀਂ ਕਰਨ ਜਾਣਾ। ਹਾਂ, ਸਾਡੀ ਇਹ ਕੋਸ਼ਿਸ਼ ਜ਼ਰੂਰ ਹੈ ਬਈ ਜਿਹੜੇ ਕਿਸਾਨ ਖੇਤੀ ਕਰਦੇ ਆ ਉਹ ਚਾਹੇ ਬੰਗਾਲ ਦੇ ਵਿੱਚ ਬੈਠੇ ਆ, ਚਾਹੇ ਉਹ ਕਰਨਾਟਕਾ 'ਚ ਬੈਠੇ ਆ, ਕੇਰਲਾ 'ਚ ਬੈਠੇ ਆ, ਇਹਨਾਂ ਕਾਨੂੰਨਾਂ ਬਾਰੇ ਉਹਨਾਂ ਨੂੰ ਦੱਸਣ ਵਾਸਤੇ ਇਹ ਸਾਡੀਆਂ ਮਹਾਂ ਪੰਚਾਇਤਾਂ ਹੋ ਰਹੀਆਂ। 6 ਤਰੀਕ ਨੂੰ ਮੈਨੂੰ ਲੱਗਦਾ ਵੀ ਸਾਡੇ ਬੰਗਾਲ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ, ਦੂਜੀਆਂ ਸਟੇਟਾਂ ਦੇ ਵਿੱਚ ਵੀ ਰੱਖਿਆ ਹੋਇਆ, ਦੂਜੇ ਜਾਣਗੇ। ਅਸੀਂ ਇਹਦੇ ਪ੍ਰਚਾਰ ਲਈ ਜਿਵੇਂ ਕੱਲ੍ਹ ਵੀ ਟਕੈਤ ਸਾਹਿਬ ਗਏ ਨੇ ਆਪਣੇ ਰਾਜਸਥਾਨ ਦੇ ਵਿੱਚ, ਉੱਥੇ ਵੀ ਇਸ ਬਾਰੇ, ਕਿਉਂਕਿ ਜਿੱਥੇ ਮੰਡੀ ਸਿਸਟਮ ਹੈ ਉਹ ਸਾਡੇ 2 ਸਟੇਟਾਂ 'ਚ ਪ੍ਰਭਾਵ ਕਰਦਾ, ਇਹ ਤੋਂ ਲੋਕ ਜਾਣੂ ਨੇ ਵੀ ਇਹ ਕਾਲੇ ਕਾਨੂੰਨਾਂ ਨਾਲ ਮੰਡੀ ਬੰਦ ਹੋਣੀ ਹੈ। ਬਹੁਤੇ ਸਟੇਟਾਂ ਦੇ ਵਿੱਚ ਜਿਹੜੀ ਮੰਡੀਆਂ ਹੈ ਨਹੀਂ, ਉਹਨਾਂ ਨੂੰ ਜ਼ਿਆਦਾ ਜਿਹੜਾ ਇਸ ਵਾਸਤੇ ਦੱਸਣ ਦੀ ਲੋੜ ਹੈ, ਉਹ ਸਾਡੀਆਂ ਅਸੀਂ ਸਾਰੇ ਭਾਰਤ ਦੇ ਵਿੱਚ ਕਰਾਂਗੇ। ਸਾਡਾ ਰਾਜਨੀਤੀ ਅਸੀਂ ਇਹ ਤਾਂ ਅਪੀਲ ਕਰਦੇ ਹਾਂ ਬਈ ਜਿਹਨੇ ਇਲੈਕਸ਼ਨ ਲੜਨਾ, ਸਾਡੇ ਤੋਂ ਸਵਾਲ ਵੀ ਉੱਠਦਾ ਹੈ ਬਈ ਕੁਛ ਆਗੂ ਇਹਦੇ ਵਿੱਚੋਂ ਇੱਕ ਨਵੀਂ ਪਾਰਟੀ ਕੱਢਣਾ ਚਾਹੁੰਦੇ ਆ, ਕੋਈ ਕਿਸੇ ਦੀ ਮਦਦ ਕਰਨਾ ਹਾਂ। ਤੇ ਜਿਵੇਂ ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਲੀਡ ਪੰਜਾਬ ਕਰ ਰਿਹਾ ਇਸ ਵੱਡੇ ਅੰਦੋਲਨ ਦੀ, ਤੇ ਅੰਦੋਲਨ ਚੱਲੇ ਵੀ ਪੰਜਾਬ ਤੋਂ ਸੀ। ਜਦੋਂ ਸਾਰਾ ਪੰਜਾਬ ਜਾਗਰੂਕ ਹੈ ਇਸ ਕਾਨੂੰਨਾਂ ਪ੍ਰਤੀ, ਤਾਂ ਜੇ ਫਿਰ ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਇਹ ਫਿਰ ਕਾਹਦੇ ਲਈ? ਨਹੀਂ, ਦੇਖੋ, ਪੰਚਾਇਤਾਂ ਜਿਹੜੇ ਲੋਕਾਂ ਨੇ, ਜਿਹੜੇ ਹਰੇਕ ਦੀ ਭਾਵਨਾਵਾਂ ਹੈ ਬਈ ਅਸੀਂ ਇਸ ਵੱਡਾ ਇੱਕ ਘੋਲ ਹੈ, ਇਹਦੇ ਘੋਲ ਦੇ ਵਿੱਚ ਕਿਤੇ ਸਾਡਾ ਇਹ ਨਾ ਰਹਿ ਜੇ ਵੀ ਅਸੀਂ ਕੁਝ ਕਰ ਨਹੀਂ ਸਕੇ। ਦੇਖੋ, ਪੰਚਾਇਤਾਂ ਨੇ ਮਤੇ ਪਾਉਣੇ, ਨਹੀਂ ਤਾਂ ਅੱਡੋ ਵੱਖ-ਵੱਖ 40 ਜਥੇਬੰਦੀਆਂ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ, 32 ਅੱਡ ਕਰਦੀਆਂ, 2 ਅੱਡ ਕਰਦੀਆਂ, ਕੁਝ ਨਿੱਕੀਆਂ ਮੋਟੀਆਂ ਹੋਰ ਕਰਦੀਆਂ ਨੇ। ਉਹਨਾਂ ਦੀ ਕੋਸ਼ਿਸ਼ ਇੱਥੋਂ ਤੱਕ ਸੀਮਿਤ ਰਹੀ ਹੈ, ਪਰ ਅੱਜ ਉਹਨਾਂ ਤੋਂ ਉੱਪਰ ਉੱਠ ਕੇ ਪੰਚਾਇਤਾਂ ਵੀ ਮੂਹਰੇ ਆਈਆਂ, ਪੰਚਾਇਤਾਂ ਤੋਂ ਉੱਠ ਕੇ ਵਪਾਰੀ ਵੀ ਮੂਹਰੇ ਆਏ, ਵਪਾਰੀਆਂ ਤੋਂ ਆੜਤੀਏ ਵੀ ਮੂਹਰੇ ਆਏ। ਇਹ ਕਿਤੇ ਟਰੱਕ ਯੂਨੀਅਨ ਨੇ ਪ੍ਰੋਗਰਾਮ ਕਰਾਏ ਨੇ, ਬੱਸਾਂ ਵਾਲੇ ਵੀ ਕਰਾ ਰਹੇ ਨੇ। ਕੋਸ਼ਿਸ਼ ਹੈ ਹਰੇਕ ਦੀ ਵੀ ਇਸ ਘੋਲ ਦੇ ਵਿੱਚ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਜਿਹੜੇ ਲੋਕ ਦਿੱਲੀ ਜਾਂਦੇ ਨੇ ਜਾਂ ਜਿਹੜੇ ਲੋਕ ਜਥੇਬੰਦੀਆਂ ਨਾਲ ਜੁੜੇ ਹੋਏ ਨੇ, ਜਿਹੜੇ ਬੰਦੇ ਹਜੇ ਵੀ ਸਿਆਸੀ ਪਾਰਟੀਆਂ ਨਾਲ ਹੈਗੇ ਆ, ਉਹ ਮਹਾਂ ਪੰਚਾਇਤਾਂ ਦੇ ਵਿੱਚੋਂ ਉਹ ਲੋਕਾਂ ਨੂੰ ਸੁਨੇਹਾ ਜਾਵੇ ਵੀ ਅਸਲ ਲੜਾਈ ਤਾਂ ਆਹ ਹੈ। ਕਿਉਂਕਿ ਜਿਹੜਾ ਬੰਦਾ ਆਉਂਦਾ ਹੀ ਨਹੀਂ, ਤਾਂ ਅਸੀਂ ਇਹ ਤੈਅ ਕੀਤਾ ਵੀ ਜ਼ਿਆਦਾ ਜ਼ੋਰ ਜਿਹੜਾ ਪੰਜਾਬ 'ਚੋਂ ਦਿੱਲੀ ਦੇ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਲੱਗੇ, ਸਾਡਾ ਉਹ ਲੱਗਿਆ ਹੋਇਆ। ਇੱਥੇ ਤਾਂ ਤਕਰੀਬਨ 5-7 ਕਿਸਾਨ ਪੰਚਾਇਤਾਂ ਹੋਈਆਂ, ਛੋਟੀਆਂ ਹੋਈਆਂ। ਅਸੀਂ ਤਾਂ ਹੁਣ ਜਿਹੜਾ ਪ੍ਰੋਗਰਾਮ ਹੈ ਵੀ ਜਿਹੜੇ ਕਿਸਾਨ ਇੱਕ ਤਾਂ ਸਾਡੇ ਰਿਹਾ ਹੋ ਕੇ ਆਉਂਦੇ ਆ, ਉਹਨਾਂ ਨੂੰ ਉਤਸ਼ਾਹ ਕਰਨ, ਉਹ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖਾਂਗੇ। ਇੱਕ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਆ, ਉਹਨਾਂ ਪਰਿਵਾਰਾਂ ਵਾਸਤੇ ਵੀ ਅਸੀਂ ਇੱਕ ਵਿਚਾਰ ਕਰ ਰਹੇ ਹਾਂ। ਜ਼ਿਆਦਾ ਕੋਸ਼ਿਸ਼ ਤਾਂ ਹੁਣ ਜਿਹੇ ਜਿਹਾ ਸੀਜ਼ਨ ਹੈ, ਜਿਹੇ ਜੀ ਸਰਕਾਰ ਬੈਠੀ ਹੈ ਚੁੱਪ ਕੀਤੀ, ਸਰਕਾਰ ਇਸ ਕਰਕੇ ਚੁੱਪ ਕੀਤੀ ਬੈਠੀ ਹੈ ਵੀ ਜਿਹੜੀ ਮੂਰੇ ਹਾੜੀ ਦਾ ਸੀਜ਼ਨ ਆ ਰਿਹਾ, ਕਿਸਾਨਾਂ ਦੀ ਗਿਣਤੀ ਘਟ ਜੂਗੀ, ਟਰੈਕਟ ਵਾਪਸ ਹੋ ਜਾਣਗੇ। ਇਹ ਹੁਣ ਸਾਡਾ ਜਿਹੜਾ ਸਾਰੇ ਕਿਸਾਨਾਂ ਨੂੰ ਅਸੀਂ ਸੱਦਾ ਦੇਵਾਂਗੇ ਬਈ ਅੱਗੇ ਜੇ ਇਹ ਜਿਹੀਆਂ ਹਾਲਾਤਾਂ ਦੇ ਵਿੱਚੋਂ ਅਸੀਂ ਝੋਨਾ ਵੱਢਿਆ, ਕਣਕ ਬੀਜੀ ਹੈ, ਨਰਮਾ ਚੁਗਿਆ, ਆਹ ਸੀਜ਼ਨ ਬਹੁਤ ਛੋਟਾ ਹੈ, ਕਣਕ ਕਪੈਣ ਨੇ ਵੱਢਣੀ ਹੈ, ਤੂੜੀ ਰੀਪਰਾਂ ਨੇ ਬਣਾਉਣੀ ਹੈ, ਤਾਂ ਸਿਰਫ ਤੂੜੀ ਅੰਦਰ ਮਜ਼ਦੂਰਾਂ ਨੇ ਪਾਉਣੀ ਹੈ। ਸਾਡੇ ਕਿਸਾਨਾਂ ਨੂੰ ਐਵੇਂ ਬਹਾਨਾ ਬਣਾ ਕੇ ਇੱਥੇ ਬੈਠਣ ਦੀ ਲੋੜ ਨਹੀਂ। ਅੱਜ ਮੋਰਚਾ ਦਿੱਲੀ ਦੇ ਵਿੱਚ ਲਾਉਣ ਦੀ ਲੋੜ ਹੈ। ਜਿਹੜੇ ਟਰੈਕਟ ਉੱਥੇ ਬੈਠੇ ਆ, ਜਿਹੜੀਆਂ ਟਰਾਲੀਆਂ ਉੱਥੇ ਬੈਠੀਆਂ,
ਉਹਦਾ ਕਿੰਨਾ ਨੁਕਸਾਨ ਹੋਣਾ, ਕਿਉਂਕਿ ਕਿਸੇ ਨੇ ਰੀਪਰ ਚਲਾਉਣਾ, ਕਿਸੇ ਟਰੈਕਟਰ ਨੇ ਤੂੜੀ ਬਣਾਉਣੀ ਆ। ਉਹ ਸਾਡਾ ਅਸੀਂ ਕਿਸਾਨ ਜਥੇਬੰਦੀਆਂ ਇਸੇ ਕਰਕੇ ਆ 3-4 ਜ਼ਿਲ੍ਹਿਆਂ ਦੀ ਮੀਟਿੰਗ ਸੱਦੀ ਆ। ਇਹਨਾਂ ਆਗੂਆਂ ਨੂੰ ਅਸੀਂ ਕਹਾਂਗੇ ਵੀ ਉਹ ਕਿਸਾਨਾਂ ਦਾ ਜਿਹੜਾ ਨੁਕਸਾਨ ਨਾ ਹੋਵੇ, ਉਹਦਾ ਖਰਚਾ ਸਾਡਾ ਪਿੰਡ ਚੱਕੇ, ਬਈ ਉਹਦਾ ਜਿਹੜਾ ਖਰਚਾ ਅਸੀਂ ਇਕੱਠਾ ਕਰਕੇ ਦੇਵਾਂਗੇ, ਉਹ ਟਰਾਲੀਆਂ ਉੱਥੇ ਹੀ ਰਹਿਣ। ਸਮਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸਾਨ ਦਿੱਲੀ ਦੇ ਵਿੱਚ ਲਿਜਾਵਾਂਗੇ। ਪ੍ਰਧਾਨ ਜੀ, ਇੱਕ ਮੇਰਾ ਆਖਰੀ ਸਵਾਲ, ਇਹ ਸਵਾਲ ਮੈਂ ਸਾਰੇ ਕਿਸਾਨ ਆਗੂਆਂ ਨੂੰ ਕੀਤਾ ਸੀ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਵੀ ਕੀਤਾ ਸੀ, ਡੱਲੇਵਾਲ ਨੂੰ ਵੀ ਕੀਤਾ ਸੀ, ਤੇ ਜੋਗਿੰਦਰ ਸਿੰਘ ਗਰਾਹਾਂ ਨੂੰ ਵੀ, ਕਿ ਵੀ ਸਿਆਸੀ ਚੋਣਾਂ ਇੰਨਾ ਤੁਹਾਨੂੰ ਸਮਰਥਨ ਮਿਲ ਰਿਹਾ ਲੋਕਾਂ ਦਾ ਕਿ ਸਿਆਸੀ ਚੋਣਾਂ ਲੜੋਗੇ ਪੰਜਾਬ ਦੀਆਂ। ਉਹਨਾਂ ਦਾ ਕਹਿਣਾ ਸੀ ਅਸੀਂ ਸਿਆਸਤ ਵੱਲ ਨਹੀਂ ਜਾਂਦੇ। ਦੂਜੇ ਪਾਸੇ ਮੈਂ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਦਾ ਇੰਟਰਵਿਊ ਕੀਤਾ, ਉਹਨਾਂ ਦਾ ਕਹਿਣਾ ਕਿ ਇਹ ਅੰਦੋਲਨ ਪੋਲੀਟੀਕਲ ਤੌਰ ਤੇ ਹਰ ਇੱਕ ਪਾਰਟੀ ਨੂੰ ਡੈਮੇਜ ਕਰੂਗਾ। ਉਹ ਫਿਰ ਜੇਕਰ ਕਿਸਾਨ ਆਗੂ ਚੋਣਾਂ ਨਹੀਂ ਲੜਨਾ ਚਾਹੁੰਦੇ ਤੇ ਪੋਲੀਟੀਕਲ ਤੌਰ ਤੇ ਲੀਡਰਾਂ ਦਾ ਸੋਚਣਾ ਹੈ ਕਿ ਇਹ ਸਾਨੂੰ ਡੈਮੇਜ ਕਰੂਗਾ ਇਹ ਅੰਦੋਲਨ, ਤਾਂ ਫਿਰ ਉਹ ਵਿਚਲੀ ਗੱਲ ਕੀ ਹੈ? ਦੇਖੋ, ਵਿਚਲੀ ਗੱਲ ਜਿਹੜੀ ਕੀ ਹੈ, ਮੈਂ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦਾ ਸੂਬਾ ਜਨਰਲ ਸਕੱਤਰ ਹੋਣ ਦੇ ਨਾਤੇ ਸਾਡਾ ਇੱਕ ਵੀ ਪਰਸੈਂਟੇਜ ਦੇ ਵਿੱਚੋਂ ਨਹੀਂ ਨਿਕਲਣਾ। ਨਾ ਅਸੀਂ ਇਲੈਕਸ਼ਨ ਲੜਨੀ ਹੈ, ਨਾ ਅਸੀਂ ਇਲੈਕਸ਼ਨ ਨਾਲ ਲੜਨ ਵਾਲੇ ਦੀ ਕਿਸੇ ਦੀ ਹਮਾਇਤ ਕਰਨੀ ਹੈ। ਅਸੀਂ ਕਿਸਾਨੀ ਬਚਾਉਣੀ ਹੈ। ਸਾਡੀ ਜਥੇਬੰਦੀ ਦਾ ਨਰੋਲ ਅਸੀਂ ਇਸੇ ਤਾਂ ਕਰਕੇ ਕਹਿੰਦੇ ਹਾਂ ਵੀ ਨਰੋਲ ਕਿਸਾਨਾਂ ਦੀ ਜਥੇਬੰਦੀ ਹੈ, ਕਿਸੇ ਅਸੀਂ ਵਿਚਾਰ ਨਾਲ ਨਹੀਂ। ਸਾਡੇ ਪ੍ਰਧਾਨ ਜੀ ਸਰਦਾਰ ਪਸ਼ੌਰਾ ਸਿੰਘ ਜੀ ਖਾਸ ਕਰਕੇ ਕਹਿੰਦੇ ਹੁੰਦੇ ਸੀ ਵੀ ਅਸੀਂ ਕਿਤੇ ਸ਼ੰਭ-ਦੁੰਬਾ ਨਹੀਂ, ਬਈ ਅਸੀਂ ਕਿਸੇ ਸਿਆਸੀ ਪਾਰਟੀ ਦੇ ਮੁਤਾਬਕ ਚੱਲਾਂਗੇ। ਪ੍ਰਧਾਨ ਜੀ, ਜਿਵੇਂ ਜੇ ਕਿਸਾਨ ਆਗੂ ਅਗਵਾਈ ਕਰਦੇ ਨੇ, ਤੁਹਾਨੂੰ ਲੱਗਦਾ ਜੇ ਪੋਲੀਟੀਕਲ ਪਾਵਰ ਕਿਸਾਨਾਂ ਦੇ ਹੱਥ ਦੇ ਵਿੱਚ ਹੋਵੇ ਤਾਂ ਬੈਟਰ ਤਰੀਕੇ ਨਾਲ ਫੈਸਲੇ ਲਏ ਜਾਣਗੇ? ਇਹ ਬਹੁਤ ਵੱਡਾ ਸਵਾਲ ਹੈ। ਇਹ ਛੋਟਾ ਐ ਮੁੱਕਣ ਵਾਲਾ ਨਹੀਂ ਵੀ ਪਹਿਲਾਂ ਜਿਹਨੇ ਕੁਛ ਕਿਸਾਨਾਂ 'ਚੋਂ ਕੋਈ ਮੁੱਖ ਮੰਤਰੀ ਬਣਿਆ, ਕੋਈ MLA ਬਣਿਆ, ਵੀ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੀ ਕੀਤਾ? ਕੁਛ ਨਹੀਂ ਕੀਤਾ। ਜੇ ਅੱਜ ਪੰਜਾਬ ਦੀ ਸਰਕਾਰ ਹੈ, ਮੰਨ ਲਓ ਮੁੱਖ ਮੰਤਰੀ ਬਣਿਆ ਹੋਇਆ, ਆ ਕਾਨੂੰਨਾਂ ਬਾਰੇ ਕੁਝ ਕਰਕੇ ਦਿਖਾਵੇ। ਜੇ ਕਿਸੇ ਨੂੰ ਇਹ ਭੁਲੇਖਾ ਲੱਗਦਾ ਹੈ ਵੀ ਆ ਜਥੇਬੰਦੀ ਦੀ ਤਾਕਤ ਨਾਲ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਰੋਸ ਮਤਾ ਪਾ ਕੇ ਬਿੱਲ ਤਾਂ ਉਹ ਜਿੱਥੋਂ ਤੱਕ ਉਹਨਾਂ ਦੀ ਸੰਵਿਧਾਨਿਕ ਪਾਵਰ ਸੀ ਉਹਨੇ ਖਰਚ ਕਰਤੀ। ਫਿਰ ਸਾਡੇ ਜੇ ਕੋਈ ਕਿਸਾਨ ਪਾਰਟੀ ਜਥੇਬੰਦੀ ਦੇ ਵਿੱਚੋਂ ਆਗੂ ਬਣ ਜੂ, ਕੱਲ੍ਹ ਨੂੰ ਉਹ ਕਹਿ ਦੂਗਾ ਕਿਸਾਨਾਂ ਦਾ ਅਸੀਂ ਨਿਆਂ ਕਦੋਂ ਦਵਾਵਾਂਗੇ, ਕਿਸਾਨਾਂ ਦਾ ਇਨਸਾਫ ਕਿਸਾਨਾਂ ਨੂੰ ਕਦੋਂ ਮਿਲੂਗਾ? ਆਹੀ ਰਸਤਾ ਹੈ ਦਿੱਲੀ ਸੜਕਾਂ 'ਤੇ ਬੈਠ ਕੇ ਇਹਨਾਂ ਦੇ ਖਿਲਾਫ ਲੜਨ ਦੇ। ਜਿਹਨੇ ਕੋਈ ਲੜਨਾ ਇਲੈਕਸ਼ਨ ਲੜ ਲੇ, ਪਰ ਸਾਡੀ ਜਥੇਬੰਦੀ ਦਾ ਫੈਸਲਾ ਹੈ ਅਸੀਂ ਕਿਸਾਨਾਂ ਨੂੰ ਬਚਾਉਣਾ ਹੈ। ਸਾਡਾ ਪਹਿਲਾ ਮੁੱਦਾ ਨਰੋਲ ਕਿਸਾਨਾਂ ਦੀ ਜਥੇਬੰਦੀ ਕਾਇਮ ਕਰਕੇ, ਅਸੀਂ ਇਹਦੇ ਵਿੱਚੋਂ ਕੋਈ ਸਿਆਸੀ ਲਾਹਾ ਨਹੀਂ ਲੈਣਾ। ਨਾ ਸਾਡਾ ਆਗੂ ਕਿਸੇ ਦੇ ਪੋਲਿੰਗ ਤੇ ਬਹਿੰਦਾ, ਨਾ ਪ੍ਰਚਾਰ ਕਰਦਾ, ਨਾ ਅਸੀਂ ਕਿਸੇ ਨਾਲ ਤੁਰਨ ਦੇਣਾ। ਜਿੱਥੇ ਸਾਨੂੰ ਗੱਲ ਆਉਂਦੀ ਆ ਅਸੀਂ ਉਹਨਾਂ ਤੇ ਐਕਸ਼ਨ ਲੈਂਦੇ ਹਾਂ, ਨਾ ਅਸੀਂ ਇਸ ਘੋਲ 'ਚੋਂ ਲੈਣਾ। ਜੇ ਘੋਲ ਜਿੱਤ ਲੈਂਦੇ ਹਾਂ, ਘੋਲ ਜਿੱਤ ਕੇ ਬਈ ਇਹ ਨਹੀਂ ਕਰਾਂਗੇ, ਫਿਰ ਵੀ ਲੋਕਾਂ ਨੂੰ ਇਹ ਸੁਨੇਹਾ ਦੇਵਾਂਗੇ ਵੀ ਦੇਖੋ ਜੇ ਅਸੀਂ ਇਕੱਠੇ ਹੋ ਕੇ ਆਹ ਕਾਨੂੰਨ ਵਾਪਸ ਕਰ ਜਾਂਦੇ ਹਾਂ ਤਾਂ ਆਉਣ ਵਾਲੇ ਜਿਹੜੇ ਸਰਕਾਰਾਂ ਦੇ ਹਮਲੇ ਆ, ਆਹੀ ਰਾਹ ਇਕੱਠੇ ਹੋ ਕੇ ਅਸੀਂ ਤੁਰਾਂਗੇ ਤੇ ਇਕੱਠੇ ਹੋ ਕੇ ਲੜਾਂਗੇ। ਸਿਆਸੀ ਪਾਰਟੀਆਂ ਦੇ ਮੈਨੂੰ ਲੱਗਦਾ ਵੀ 70 ਸਾਲ ਕਿਤੇ ਥੋੜ੍ਹਾ ਨਹੀਂ। 70 ਸਾਲ ਦੇ ਵਿੱਚ ਸਾਨੂੰ ਸਿਆਸੀ ਲੋਕ ਲੈ ਕਿੱਥੇ ਆਏ? ਲੈ ਤਾਂ ਸਾਨੂੰ ਅੱਜ ਖੁਦਕਸ਼ੀਆਂ ਕਰ ਰਹੇ ਹਾਂ ਅਸੀਂ। ਜੇ ਕਿਸੇ ਦੇ ਮਨ 'ਚ 70 ਸਾਲਾਂ ਦੇ ਵਿੱਚ ਵੀ ਕੋਈ ਕਿਸਾਨਾਂ ਦਾ ਹਮਾਇਤੀ ਨਹੀਂ ਨਿਕਲਿਆ, ਕੋਈ ਮਜ਼ਦੂਰਾਂ ਦਾ ਹਮਾਇਤੀ ਨਹੀਂ ਨਿਕਲਿਆ, ਕੋਈ ਦੁਕਾਨਦਾਰਾਂ ਦਾ, ਕੋਈ ਮੁਲਾਜ਼ਮਾਂ ਦਾ, ਕੋਈ ਆੜ੍ਹਤੀਆਂ ਦਾ ਨਹੀਂ ਹੈ ਵੀ ਨਿਕਲਿਆ। ਜੋ ਵੀ ਬਣਿਆ ਉੱਥੇ ਜਾ ਕੇ ਗੋਡੇ ਟੇਕੇ ਨੇ। ਅੱਜ ਪ੍ਰਧਾਨ ਮੰਤਰੀ ਅਡਾਨੀ ਬਾਨੀ ਮੂਹਰੇ ਗੋਡੇ ਟੇਕੀ ਬੈਠਾ ਹੈ। ਇਦੋਂ ਤਾਂ ਕੋਈ ਜ਼ਿਆਦਾ ਕੋਈ MP ਨਹੀਂ ਬਣਾ ਸਕਦਾ। ਮੇਰੇ ਹਿਸਾਬ ਨਾਲ ਇਹ ਐਂਗਲ ਬਹੁਤ ਸਾਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਜੇ ਕਿਸੇ ਦਿਮਾਗ 'ਚ ਹੈ, ਪਰ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਸਿਆਸੀ ਲੋਕਾਂ ਦਾ। ਅਸੀਂ ਆਪਦੀ ਜਥੇਬੰਦੀ ਕਿਸਾਨਾਂ ਦੀ ਲੜਾਈ, ਆਹੀ ਰਾਹ ਸਾਡੇ ਕੋਲੇ, ਤੇ ਸੜਕਾਂ 'ਤੇ ਬੈਠਣ ਦਾ, ਕਿਸਾਨਾਂ ਦੇ ਪ੍ਰੈਸ਼ਰ ਨਾਲ ਆਪਦੀ ਮੰਗ ਮਨਾਉਣ ਦਾ, ਬਈ ਕੋਈ ਵੀ ਕਿਸਾਨਾਂ ਦੇ ਖਿਲਾਫ ਇਹ ਬਿੱਲ ਨਾ ਲੈ ਕੇ ਆਉਣ। ਤੇ ਨਹੀਂ ਤਾਂ ਫਿਰ ਸਾਡੀ ਜਿਹੜੀ ਅਡਾਨੀ ਬਾਨੀ ਵਾਲੀ ਹੋਣੀ ਹੈ, ਨਰਿੰਦਰ ਮੋਦੀ ਨਾਲ ਹੋਣੀ ਹੈ, ਮੁੱਖ ਮੰਤਰੀ ਨਾਲ ਹੋਣੀ ਹੈ। ਅੱਜ ਜਿਹੜਾ ਕੱਲ੍ਹ ਇਹਦਾ ਬਜਟ ਹੋਣਾ ਨਾ, ਪੰਜਾਬ ਸਰਕਾਰ ਨੇ ਬਜਟ ਕਰਨਾ 5 ਤਰੀਕ ਨੂੰ। ਇਹ ਸਵਾਲ ਲੋਕਾਂ ਨਾਲ ਉਹਨੇ ਵੀ ਵਾਅਦੇ ਕੀਤੇ ਨੇ ਵੀ ਮੈਂ ਘਰ ਘਰ ਨੌਕਰੀ ਦੇਵਾਂ, ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ। ਇਹ ਉੱਠਣਗੇ ਸਵਾਲ ਕਿਸਾਨਾਂ ਦੇ, ਸਾਡੇ ਘੋਲ ਨਾਲ ਹੀ ਉੱਠਣਗੇ। ਅੱਜ ਵੀ ਪ੍ਰੈਸ ਦੇ ਵਿੱਚ ਆਇਆ ਵੀ ਪ੍ਰਭਾਵ ਰਹਿਣਾ, ਪ੍ਰੈਸ਼ਰ ਰਹਿਣਾ। ਤਾਂ ਮੈਨੂੰ ਲੱਗਦਾ ਜੇ ਸਾਡਾ ਵੀ 1-2 MLA ਹੁੰਦੇ, ਕਿਸੇ ਦੇ MLA ਹੁੰਦੇ, ਉਹ ਉਹਨਾਂ ਦੇ ਹੱਕ 'ਚ ਪਾ ਕੇ ਬਹਿ ਜਾਣ। ਜੇਕਰ ਕਾਨੂੰਨਾਂ ਦੀ ਲੜਾਈ ਤੋਂ ਬਾਅਦ, ਕਾਨੂੰਨ ਵਾਪਸ ਹੋਣ ਤੋਂ ਬਾਅਦ, ਕਿਸਾਨਾਂ ਦੀ ਜਿੱਤ ਤੋਂ ਬਾਅਦ, ਤਾਂ ਫਿਰ ਕੀ ਕਿਸਾਨ ਐਡਾ ਹੀ ਅੰਦੋਲਨ ਕੋਈ ਸਰਕਾਰ ਦੇ ਖਿਲਾਫ ਕਰਨਗੇ ਕਰਜ਼ੇ ਮਾਫੀ ਨੂੰ ਲੈ ਕੇ? ਹਾਂ ਕਰਾਂਗੇ। ਦੇਖੋ ਸਰਕਾਰ ਜਿਹੜੀ ਇਹ ਨਹੀਂ, ਮੈਂ ਕਹਿੰਦਾ ਵੀ ਜਿਹੜੇ ਘੋਲ ਅਸੀਂ ਜਿੱਤਦੇ ਹਾਂ, ਘੋਲ ਹਾਰਦੇ ਨਹੀਂ। ਘੋਲ ਦੀ ਲੜਾਈ ਨੂੰ ਅਸੀਂ ਕੇਂਦਰ ਤੱਕ ਲੈ ਗਏ ਹਾਂ। ਅੱਜ ਸਰਕਾਰ ਸਾਨੂੰ ਕੁੱਟ ਕੇ ਠਾ ਜਾਂਦੀ ਹੈ, ਸਾਨੂੰ ਗ੍ਰਿਫਤਾਰ ਕਰਕੇ ਠਾ ਜਾਂਦੀ ਹੈ। ਤਾਂ ਜਿਹੜੇ ਬਿੱਲ ਹੈ ਉਹ ਆਉਣੇ ਕਿੱਥੇ ਹੈ? ਸਾਡੀ ਮੰਡੀ ਖਤਮ ਕਰਨੀ ਹੈ, ਸਾਡੇ ਅਡਾਨੀ ਬਾਣੀ ਨੇ ਵਾਹਣ 'ਚ ਵੜਨਾ ਹੈ। ਇਹ ਬਿੱਲ ਉੱਥੇ ਬੈਠ ਕੇ ਨਹੀਂ ਸਾਡਾ ਨੁਕਸਾਨ ਕਰਦੇ, ਆਉਣਾ ਤਾਂ ਥੱਲੇ ਹੈ ਨਾ। ਅਸੀਂ ਸੱਦਾ ਦੇਵਾਂਗੇ ਕਿਸਾਨਾਂ ਨੂੰ, ਕਿੰਨੀ ਤਾਕਤ ਵਰਤੇ ਇਹ ਲਾਗੂ ਹੋਣ ਹੀ ਨਹੀਂ ਦੇਣੀ।
ਸਾਡੀ ਇਹ ਨਹੀਂ ਵੀ ਉੱਥੇ ਅਸੀਂ 3 ਮਹੀਨੇ ਬੈਠੇ ਹਾਂ 4 ਮਹੀਨੇ ਬੈਠੇ ਹਾਂ, ਕਿਸੇ ਦਿਨ ਤਾਂ ਉੱਠ ਕੇ ਆਵਾਂਗੇ, ਕਿਸੇ ਦਿਨ ਤਾਂ ਅਸੀਂ ਰਿਲਾਇੰਸ ਪੰਪ ਤੋਂ ਉੱਠਾਂਗੇ, ਕਿਤੇ ਅਸੀਂ ਮੌਲਾਂ ਤੋਂ ਉੱਠਾਂਗੇ, ਕਿਤੇ ਟੋਲ ਪਲਾਜ਼ੇ ਛੱਡਾਂਗੇ। ਸਾਡਾ ਲੋਕਾਂ ਨੂੰ ਹਿੱਸੇ ਦੇ ਹੈ ਵੀ ਇਹਨਾਂ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਸਾਡੇ ਧਰਤੀ 'ਚ ਵੜਨਾ ਹੈ, ਸਾਡੀ ਜ਼ਮੀਨ 'ਚ ਵੜਨਾ ਹੈ, ਇਹਨੂੰ ਮੋੜਨ ਵਾਸਤੇ ਆਹ ਰਾਹ ਹੈ। ਇਦੋਂ ਦੁੱਗਣੇ ਇਕੱਠੇ ਹੋ ਕੇ ਬਾਹਰ ਨਿਕਲਾਂਗੇ, ਕਿਸੇ ਹਾਲ ਨਹੀਂ ਉਹਨੂੰ ਕਾਮਯਾਬ ਹੋਣ ਦੇਣਾ। ਸ਼ੁਕਰੀਆ, ਤੁਸੀਂ ਆਪਣੇ ਸਮੇਂ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਤੁਹਾਡੇ ਅਸੀਂ ਧੰਨਵਾਦੀ ਹਾਂ। ਦਰਸ਼ਕੋ, ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਸਕੱਤਰ ਸਨ, ਦਿੱਲੀ ਤੋਂ ਇਹ ਵਾਪਸ ਆਏ ਨੇ। ਤੁਹਾਨੂੰ ਬੜੇ ਬੇਬਾਕ ਤਰੀਕੇ ਨਾਲ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ, ਗੱਲਾਂ ਕੀਤੀਆਂ ਕਿ ਜੋ ਗੱਲ ਚੱਲਦੀ ਹੈ ਕਿ ਜੋ ਕਿਸਾਨ ਆਗੂ ਨੇ, ਜਥੇਬੰਦੀਆਂ ਨੇ 2022 ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰ ਸਕਦੀਆਂ ਨੇ, ਉਹਨਾਂ ਤੇ ਬਿਆਨ ਦਿੱਤਾ ਤੇ ਖੇਤੀ ਕਾਨੂੰਨ ਤੇ ਬੋਲੇ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਸਰਕਾਰ ਦੇ ਖਿਲਾਫ ਅਸੀਂ ਲੜਾਈ ਜਾਰੀ ਰੱਖਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇੱਕ ਵੱਡੀ ਜਥੇਬੰਦੀ ਹੈ ਜਿਹਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਲਗਾਤਾਰ ਜੋ ਉੱਥੇ ਅੰਦੋਲਨ ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਡਟੇ ਹੋਏ ਨੇ। ਇਸ ਤੋਂ ਪਹਿਲਾਂ ਵੀ ਕਿਸਾਨੀ ਹੱਕਾਂ ਦੇ ਲਈ ਉਹ ਬੋਲਦੇ ਆਏ ਨੇ ਤੇ ਕਿਸਾਨੀ ਮਸਲੇ ਦੇ ਵਿੱਚ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।